ਕਹਿੰਦੇ ਬਾਬਾ ਨਾਨਕ ਜੀ ਦੀ ਗੁਰਬਾਣੀ ਕਹਿੰਦੇ ਮੁਰਦਿਆਂ ਦੇ ਵਿੱਚ ਜਾਨ ਪਾ ਦਿੰਦੀ ਹੈ। ਤੇ ਸਿੱਖ ਇਤਿਹਾਸ ਜਿਹੜਾ ਇਤਿਹਾਸ ਹੈ ਬਹੁਤ ਹੀ ਡੂੰਘਾ ਤੇ ਇਹਨੂੰ ਸਮਝਣ ਦੀ ਬੜੀ ਲੋੜ ਆ। ਅਸੀਂ ਇਸ ਸਾਡੇ ਚੈਨਲ ਤੇ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸਿੱਖ ਇਤਿਹਾਸ ਤੇ ਵੱਖ-ਵੱਖ ਪੰਨਿਆਂ ਤੋਂ ਜਾਣੂ ਕਰਵਾਉਂਦੇ ਰਹਾਂਗੇ। ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਦਿੱਤਾ ਘੰਟੀ ਦਾ ਬਟਨ ਦਬਾ ਕੇ ਆਲ ਤੇ ਕਲਿੱਕ ਕਰ ਦਿਓ। ਜਦੋਂ ਵੀ ਅਸੀਂ ਕੋਈ ਸਿੱਖ ਇਤਿਹਾਸ ਦੀ ਵੀਡੀਓ ਅਪਲੋਡ ਕਰਦੇ ਹਾਂ ਜਿਹੜਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਸਿੱਖ ਇਤਿਹਾਸ ਦੇ ਇਹ ਬਹੁਤ ਹੀ ਸੁਨਹਿਰੀ ਪੰਨੇ ਤੇ ਜਿਹਨੂੰ ਸੁਣਦੇ ਹੋਏ ਬੜਾ ਆਨੰਦ ਮਿਲਦਾ ਤੇ ਸਾਨੂੰ ਸਿੱਖ ਇਤਿਹਾਸ ਦੇ ਵਿੱਚ ਦਿੱਤੀਆਂ ਹੋਈਆਂ ਗੁਰੂ ਸਾਹਿਬਾਂ ਦੀਆਂ ਕੁਰਬਾਨੀਆਂ ਤੇ ਉਹ ਮਹਾਨ ਯੋਧੇ ਸਾਨੂੰ ਕਦੇ ਵੀ ਨਹੀਂ ਭੁੱਲਣੇ ਚਾਹੀਦੇ। ਸਾਨੂੰ ਆਪਣੀ ਜ਼ਿੰਦਗੀ ਸੁਧਾਰਨ ਲਈ ਆਪਣਾ ਜੀਵਨ ਸੁਧਾਰਨ ਦੇ ਲਈ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹਨਾਂ 'ਤੇ ਅਮਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਡਾ ਇਹ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਤਾਂ ਹੀ ਇਹ ਸਾਡੀ ਜ਼ਿੰਦਗੀ ਦਾ ਇੱਥੇ ਆਉਣਾ ਸਫਲਾ ਹੋ ਸਕਦਾ ਹੈ। ਧੰਨਵਾਦ ਜੀ। ਉਤੋਂ ਖੁਸ਼ ਹੋ ਕੇ ਕਹਿੰਦਾ ਨਹੀਂ ਜੋ ਪਰਮਾਤਮਾ ਦੀ ਰਜ਼ਾ ਜੋ ਪਰਮੇਸ਼ਵਰ ਨੂੰ ਭਾਉਂਦਾ ਹੈ, ਪਰ ਅੰਦਰ ਵਾਲਾ ਜਿਹੜਾ ਆਤਮ ਹੈ ਨਾ ਉਹ ਨਿਕੰਮਾ ਕੱਲਾ ਬੈਠ ਕੇ ਨਾ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ। ਦੇਖੋ ਆ ਤਾਂ ਮੇਰੇ ਨਾਲ ਮਾੜਾ ਹੀ ਹੈ ਨਾ। ਜੋ ਕੁਝ ਇਨਸਾਨ ਆਪ ਸੋਚ ਰਿਹਾ ਹੈ ਉਹ ਉਸ ਤਰ੍ਹਾਂ ਬਿਲਕੁਲ ਨਹੀਂ ਹੋਣਾ ਤੇ ਇਹਦੇ ਕਹਿਣ ਨਾਲ ਨਾ ਕਿਸੇ ਨੂੰ ਵਾਰਸ ਰਾਪ ਲੱਗਣਾ ਪਿਆਰਿਓ ਹੋਣਾ ਉਹ ਕੁਛ ਹੈ ਜੋ ਕਰਤੇ ਪੁਰਖ ਵਾਹਿਗੁਰੂ ਜੀ ਨੇ ਆਪ ਕਰਨਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਕਦੀ ਹੋ ਹੀ ਨਹੀਂ ਸਕਦਾ। ਤੂੰ ਜੋ ਮਰਜ਼ੀ ਸੋਚੀ ਜਾ, ਤੇਰੇ ਕਹਿਣ ਨਾਲ ਤੇਰੇ ਸੋਚਣ ਨਾਲ ਕੁਛ ਨਹੀਂ ਹੋਣਾ ਤਾਂ ਉਹੀ ਹੈ ਜੋ ਕਰਤੇ ਪੁਰਖ ਵਾਹਿਗੁਰੂ ਜੀ ਨੂੰ ਮਨਜ਼ੂਰ ਹੈ। ਤੂੰ ਝੱਕ ਮਾਰ ਰਿਹਾ ਹੈ, ਫਾਲਤੂ ਬੋਲ ਰਿਹਾ ਹੈ, ਫਜ਼ੂਲ ਬੋਲ ਰਿਹਾ ਹੈ, ਤੇਰਾ ਕੀਤਾ ਕੁਛ ਨਹੀਂ ਹੋਣਾ। ਜੋ ਕਰਤਾ ਪੁਰਖ ਵਾਹਿਗੁਰੂ ਬਖਸ਼ਿਸ਼ ਕਰਨ ਵਾਲਾ ਬਖਸ਼ਿਸ਼ ਕਰ ਰਿਹਾ ਹੈ ਉਸ ਦੀ ਬਖਸ਼ਿਸ਼ ਨੂੰ ਸੰਸਾਰ ਵਿੱਚ ਕੋਈ ਨਹੀਂ ਮੇਟ ਸਕਦਾ। ਜਿਵੇਂ ਝੂਠਾ ਨਕਲੀ ਸੋਨਾ ਕਸੌਟੀ ਉੱਤੇ ਨਹੀਂ ਟਿਕਦਾ, ਇੱਕ ਖਿੰਨ ਵਿੱਚ ਪਤਾ ਲੱਗ ਜਾਂਦਾ ਇਹ ਨਕਲੀ ਹੈ। ਇਨ ਬਿਨ ਇਸੇ ਤਰ੍ਹਾਂ ਜੋ ਅੰਦਰੋਂ ਕਪਟੀ ਹੈ, ਦਿਲੋਂ ਮੁਹੱਬਤ ਨਹੀਂ ਰੱਬ ਨਾਲ ਕਰਦਾ, ਥੋੜੀ ਜੀ ਘਟਨਾ ਜ਼ਿੰਦਗੀ 'ਚ ਵਾਪਰਦੀ ਹੈ, ਹਕੀਕਤ ਇਹ ਉਸ ਬੰਦੇ ਦਾ ਵੀ ਪਤਾ ਲੱਗ ਜਾਂਦਾ ਇਹ ਸੱਚੀ ਪ੍ਰੀਤ ਕਰਦਾ ਕਿ ਝੂਠਾ ਹੈ। ਜਿਹੜਾ ਜਿਉਂਦੇ ਜੀ ਆਪਣੀ ਖੌਮੇ ਨੂੰ, ਆਪਣੀ ਮੈਂ ਨੂੰ, ਆਪਣੀ ਈਗੋ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ, ਉਹ ਪਾਰ ਬ੍ਰਹਮ ਪਰਮੇਸ਼ਵਰ ਦੀ ਪਾਈ ਹੋਈ ਪਰਖ ਵਿੱਚੋਂ ਉਸ ਕਸੌਟੀ ਦੇ ਵਿੱਚੋਂ ਖਰਾ ਹੋ ਕੇ ਨਿਕਲ ਜਾਂਦਾ ਹੈ। ਕਿ ਜੇ ਕੋਈ ਬੰਦਾ ਕਿਸੇ ਬਾਰੇ ਮਾੜਾ ਸੋਚੇ, ਬੁਰਾ ਸੋਚੇ, ਝੱਕ ਮਾਰਨੀ ਸ਼ੁਰੂ ਕਰਦਾ ਹੈ। ਕਈ ਵਾਰੀ ਜੋ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ ਬੰਦਾ ਉਹਦੇ ਬਾਰੇ ਵੀ ਝੱਕ ਮਾਰਦਾ ਹੈ, ਫਜ਼ੂਲ ਬੋਲਣ ਲੱਗ ਪੈਂਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ 'ਚ ਭਗਤ ਜੀ ਕਹਿੰਦੇ ਤੇਰੀ ਝੱਕ ਮਾਰਿਆ, ਤੇਰੇ ਫਜ਼ੂਲ ਬੋਲਣ ਨਾਲ ਕੁਛ ਵੀ ਨਹੀਂ ਹੋਣਾ। ਜੋ ਕਰਤੇ ਪੁਰਖ ਵਾਹਿਗੁਰੂ ਜੀ ਨੇ ਕਰਨਾ ਹੋਣਾ ਉਹੀ ਹੈ। ਸਾਡੀ ਅਰਦਾਸ ਦੀ ਆਖਰੀ ਮੰਗ ਇਹ ਵੇ ਕਿ ਪਰਮਾਤਮਾ ਜੀਓ ਵਾਹਿਗੁਰੂ ਜੀ ਨਾਮ ਦੀ ਚੜ੍ਹਦੀ ਕਲਾ ਹੋਵੇ ਤੇ ਇੰਨੀ ਕਿਰਪਾ ਕਰਿਓ ਸਾਰੇ ਸੰਸਾਰ ਦਾ ਅਰਥ ਕੇਵਲ ਮਾਨਵ ਜਾਤੀ ਨਹੀਂ, ਜੋ ਕੋਈ ਤੁਸੀਂ ਖੰਡਾਂ ਬ੍ਰਹਿਮੰਡਾਂ ਵਿੱਚ ਪੈਦਾ ਕੀਤਾ ਇਹ ਸਭ ਦਾ ਭਲਾ ਹੋਵੇ। ਇਹ ਸਾਡੀ ਅਰਦਾਸ ਹੈ। ਵਾਹਿਗੁਰੂ 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 ਚਿੱਤ ਆਵੇ ਤੇ ਅੱਗੇ ਕਿਹਾ ਜਾਂਦਾ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਉਸ ਪਰਮਾਤਮਾ ਵਾਹਿਗੁਰੂ ਤੁਹਾਡੇ ਨਾਮ ਚੇਤੇ ਆਉਣ ਨਾਲ ਇਹ ਕਿਰਪਾ ਕਰਿਓ ਸਰਬੱਤ ਦਾ ਭਲਾ ਹੋਵੇ, ਸਾਰੀਆਂ ਥਾਵਾਂ ਤੇ ਸੁਖ ਵਰਤੇ। ਪੁੱਛ ਬਾਜੀ ਚੜ੍ਹਦੀ ਕਲਾ ਜੀ, ਮੈਂ ਆਪ ਨੂੰ ਬੇਨਤੀ ਕਰਾਂਗਾ ਰੋਜ਼ ਚੜ੍ਹਦੀ ਕਲਾ ਕਹਿੰਦੇ ਹਾਂ ਪਰ ਪਤਾ ਉਦੋਂ ਲੱਗਦਾ ਜਿੱਦਣ ਦੁੱਖ ਟੁੱਟਦਾ ਉਦੋਂ ਚੜ੍ਹਦੀ ਕਲਾ ਹੈ ਕਿ ਨਹੀਂ। ਸਤਿਗੁਰੂ ਬੇਇਨਸਾਫੀ ਨਹੀਂ ਕਰਦੇ। ਸਤਿਗੁਰੂ ਦੇ ਹੱਥ ਵਿੱਚ ਤਕੜੀ ਜਿਹੜੀ ਹੈ ਉਹ ਇਨਸਾਫ ਦੀ ਹੈ। ਜੇ ਚੰਦੂ ਦਾ ਬਹੁਤ ਵੱਡਾ ਦੋਸ਼ ਸੀ ਤੇ ਤਾਂ ਹੀ ਉਹਦੇ ਨੱਕ ਦੇ ਵਿੱਚ ਨਕੇਲ ਪਾਈ ਗਈ ਸੀ। ਜੋ ਕਰਤੇ ਪੁਰਖ ਨੇ ਕਰਨਾ ਹੋਣਾ ਉਹ ਕੁਛ ਹੈ। ਕਿਸੇ ਦੇ ਝੱਕ ਮਾਰਿਆ ਕੁਛ ਨਹੀਂ ਹੋਣਾ ਤੇ ਕਰਤਾ ਪੁਰਖ ਜਦੋਂ ਬਖਸ਼ਿਸ਼ ਕਰਨ ਤੇ ਆਵੇ ਪਿਆਰਿਓ
जिन्नियां मर्जी कोई माला घुमा के किसी का बुरा सोची दे, कदी होना कोई नहीं। बहुत मुश्किल है इस अंदर नूं टिकाना, बहुत मुश्किल जे गल्लां करनियां। सब तो सौखा है दुनिया विच मैक पकड़ के लोकां नूं समझाना, सब तो औखा है बोले होए नूं अपनी जिंदगी च इकल्लियां कमाना। अज दुनिया विच जिहड़ा सब तो ज़्यादा वंडिया जांदा है, अन्न नहीं वंडिया जांदा। चेते रखियो सिखो, लंगर भी नहीं ना वंडिया जांदा, कुछ नहीं वंडिया जांदा। दुनिया में सब तो वध अज चाहे सोशल मीडिया है चाहे स्टेजा ने, बस दूजे नूं उपदेश ही वंडिया जाता है, आ कर लो आ कर लो। तो सब तो घट जिहड़ा कमाया जाता है, जो कुछ वंडिया जाता वो कमाया नहीं जा रहा। जदों क्योंकि साडी तैयारी इस तरह कराई गई है कि जन्म ही है मौत कोई नहीं, जय जयकार ही है बेइज्जती कोई नहीं, क्योंकि माइंड उत्थे सैट हो चुका है। असां भी कर दिता सैट भी गुरु साहब तो जो मंगीए मिलता, तेन सुख मिलेगा, तेन आ मिलेगा। कदी किसी ने कहा कि सुख मिले है, कल नूं दुख का पहाड़ टुटेगा, गुरु उहदे विचों हथ दे के बचाता है। गुरु अर्जन देव जी का विरोध सक्के भरा पिरथी चंद जी ने किया है। गुरु अर्जन देव जी के सपुत्र गुरु हरगोबिंद साहब ते 3 खूनी वार सक्के भरा ने कराए ने। तो याद रखियो, गुरु तेग बहादुर साहब जिदन प्रगट होया उस दिन सब तो पहली गोली जिहड़ी वो भतीजे ने चलवाई है। दुख सुनांगे ते मजाक ते पात्र बनांगे, प्यारे लोगों को सुख सुनांगे ते ईरखा दे शिकार हो जावांगे। इस तरह है ना जी। सुख वेले बंदा कह देना बस जी बड़ी किरपा तुहाडे ते, बड़ी ओ मूँह मूँह तो कहंदा अंदरों ते अग बलदी पई हुंदी। ते जे बंदे दे हत्थ विच होवे ते महाराज कहंदे इसके हाथ होए तां सब किछ ले, इहदे हत्थ विच होवे सारे लोकां दे साथ जी खिच ले। कहंदे जिहदे अंदर सबर ते सच्चे शुकराना ओही करदा है, जिहदे अंदर ना सबूरी लालची कूड़ ते कुफर है, वो जिन्ना कुछ प्राप्त करदा अंदरों शुकराना नहीं करता। दुख आया, दुख नूं दुख दे रूप स्वीकार नहीं कीता। किस रूप स्वीकार किया? कहन लगे दुख आया है, ये मेरे वास्ते दवाई बन के आया है, इस दुख की दवाई नूं जे मैं खा गया, इदू बाद जिहड़ा रब ने सुख देना दुनिया की कोई ताकत खो नहीं सकती। महाराज कहते दुख दारू सुख रोग पाया जा सुख, जदों उस दुख दे विच बंदगी करके आत्मा नूं सुख मिलिया, चेते रखी उदू बाद फिर तेनों कदी दुख नहीं व्याप सकता। राज करेगा खालसा, राज करेगा खालसा, राज करेगा खालसा। सतनाम धन वाहे गुरु साहिब जियो, कबीर चंख ना चंखिए, तुमरो कहो ना हो, कर्म करीम जो कर रहे, मेट ना सकै कोय, कबीर चंख ना चंखिए, तुमरो कहो ना होए, कर्म करीम जो कर रहे, मेट ना साकै कोय, कबीर कसौटी राम की, झूठा टिकै ना कोय, राम कसौटी सो सह, जो मर जीवा होय, कबीर कसौटी राम की, झूठा टिकै ना कोय, राम कसौटी सो सह, जो मर जीवा होय। वाहिगुरु जी का खालसा, वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब
सच्चे पातशाह महाराज जी दी पावन पवित्र खजूरी अंदर संध्या वेले दे गुरमत दीवान दी आप जी हाजरी भर रहे हो। सतगुरां दे अमृत बचन कीर्तन भाई साहब जी ने सरवण कराए ने और कीर्तन दी समाप्ति परमेश्वर दे चरनां विच जो जोदड़ी बेनती दा शब्द है, हम अपराधी सद भूलते तुम बख्शन हारे, भाई साहब जी ने सरवण कराया है। हर साल इस इलाके विच जदों मैं आउना हाँ ते मन च हुंदा है किसी शब्द दी बाणी दी लड़ीवार कथा विचार कीती जाए। इस बारे जिन्ना थावां ते हुण तक मैं कथा करके आया हाँ, भगत कबीर साहब जी दे उच्चारण किए हुए जो श्री गुरु ग्रंथ साहिब विच सलोक ने, उन्हां दी लड़ीवार विचार आरंभ कीती है। उस लड़ीवार चल रही शब्द विचार अनुसार अज भगत साहब जी का 32वां ते 33वां जो सलोक है, इस दा पाठ आप जी ने सरवण कीता है। आओ साध संगत, आप जितने सतगुरां दी चरण शरण विच शोभाएमान हो, असीस बख्शो। इन्हां दो अमृत बचनां दी विचार गुरु बख्शिश नाल आपां कर सकीए। सलोक स्क्रीन दे ऊपर पाठ आप जी दर्शन कर रहे हो, ते शब्द विचार दा मकसद ही एक है कि अर्थ नूं विचारदे होए उस नूं जिंदगी विच ढाल सकीए। भगत कबीर साहब जी ने अज इस पहले सलोक विच बख्शिश कीती है। इस दे आरंभ विच आपां अर्थ देखने खां, फिर समय अनुसार इसकी विचार और व्याख्या करांगे। भगत साहब जी का बचन है, कबीर झंख ना झंखी है, तुमरो कहो ना होए। कबीर उन्हां दा नाम है, आपां सारे जानने। भगत कबीर साहब जी एक तां इस सलोक दी उठान का पुरातन विद्वान देंदे सन कि जिवें साध पीर फकीर कईयां नूं वार सराप देंदे आ कि असी आ कर सकने आ, असी आ काम कर सकने आ। एक तां उन्हां नूं सोझी दे रहे आ, पर दरअसल इस दा भाव अर्थ है, झंख दा लफ्जी अर्थ हुंदा है जी, बाणी च दो शब्द है, एक झख ते दूसरा टिप्पी नाल झंख है, पर अर्थ दोनों का इको है। झंख और झख का लफ्जी अर्थ है कि फालतू बोलना। इनू एक शब्द होर चलो असी संगत च वरतन तो गुरेज करने, परंतु गुरु ग्रंथ साहिब की बाणी चो शब्द वरत्या बकवाद, जिसनों आम साडी शब्दावली विच लफ्ज बकवास वरत्या जाता। मैनू बख्श दिओ, मैं लफ्ज वरत्या है। इत्थे झंख का अर्थ है करांगे फजूल बोलना, व्यर्थ बोलना, जिस दा अर्थ ही कोई नहीं।
ਭਗਤ ਜੀ ਬਚਨ ਕਰ ਰਿਹਾ, ਕਬੀਰ ਝੰਖ ਨਾ ਝੰਖੀਐ। ਹੇ ਭਾਈ ਕਿ ਐਵੇਂ ਫਾਲਤੂ ਨਾ ਬੋਲੀਏ, ਝੱਖ ਨਾ ਮਾਰੀਏ, ਤੁਮਰੋ ਕਹੋ ਨਾ ਹੋਏ। ਜੇ ਝੱਖ ਮਾਰ ਕੇ ਕਿਸੇ ਦਾ ਬੁਰਾ ਸੋਚਾਂਗੇ, ਕਿਸੇ ਬਾਰੇ ਆਪਾਂ ਚੰਗਾ ਨਹੀਂ ਸੋਚ ਰਹੇ, ਕਹਿੰਦੇ ਨੇ ਤੁਹਾਡੇ ਕਹਿਣ ਮੁਤਾਬਕ ਕੁਛ ਨਹੀਂ ਹੋਣਾ, ਤੇ ਜੋ ਕੋਈ ਤੂੰ ਬੰਦਿਆ ਬੋਲ ਰਿਹਾ ਹੈ ਇਹ ਫਜ਼ੂਲ ਹੈ, ਇਹਦਾ ਕੋਈ ਅਰਥ ਨਹੀਂ। ਕਬੀਰ ਝੰਖ ਨਾ ਝੰਖੀਐ, ਤੁਮਰੋ ਕਹਿਓ ਨਾ ਹੋਏ, ਤੁਹਾਡਾ ਕਿਆ ਹੋਇਆ ਨਹੀਂ ਹੋਣਾ। ਤੇ ਮਹਾਰਾਜ ਫਿਰ ਅੱਗੇ ਕਹਿੰਦੇ ਨੇ ਕਰਮ ਕਰੀਮ ਜੋ ਕਰ ਰਹੇ। ਇੱਥੇ ਕਰਮ ਦੇ ਲਫ਼ਜ਼ੀ ਅਰਥ ਨੇ ਜੀ ਬਖਸ਼ਿਸ਼, ਕਿਉਂਕਿ ਸਕਰੀਨ ਉੱਤੇ ਅੱਖਰੀ ਅਰਥ ਨਹੀਂ ਦਿੱਤੇ ਗਏ। ਉਸ ਦਾ ਇੱਕ ਕਾਰਨ ਹੈ, ਜਦੋਂ ਅਸੀਂ ਅਰਥ ਪੜ੍ਹ ਲੈਂਦੇ ਹਾਂ ਨਾ, ਫਿਰ ਸਾਨੂੰ ਕਥਾ ਦੇ ਅਰਥਾਂ ਵੱਲ ਧਿਆਨ ਨਹੀਂ ਰਹਿੰਦਾ। ਕਈ ਵਾਰੀ ਟੀਕਾਕਾਰ ਆਪਣੇ ਢੰਗ ਨਾਲ ਅਰਥ ਕਰਦੇ ਆ, ਹਰ ਇੱਕ ਦੇ ਅਰਥ ਵੱਖਰੇ ਵੱਖਰੇ ਮਿਲਦੇ ਆ। ਪਰ ਇਸ ਕਰਕੇ ਮੇਰੀ ਬੇਨਤੀ ਸੀ ਵੀ ਜਿਹੜੇ ਸ਼ਲੋਕ ਬੋਲੇ ਜਾਣ ਉਹਦੇ ਅਰਥ ਜ਼ਿਹਨ 'ਚ ਬੈਠ ਜਾਣ। ਕਬੀਰ ਝੰਖ ਨਾ ਝੰਖੀਐ, ਤੁਮਰੋ ਕਹਿਓ ਨਾ ਹੋਏ। ਫਾਲਤੂ ਨਾ ਬੋਲ, ਝੱਖ ਨਾ ਮਾਰ, ਤੇਰਾ ਕਿਹਾ ਹੋਇਆ ਕੁਛ ਨਹੀਂ ਹੋਣਾ। ਕਰਮ, ਇੱਥੇ ਕਰਮ ਦੇ ਲਫ਼ਜ਼ੀ ਅਰਥ ਨੇ ਜੀ ਬਖਸ਼ਿਸ਼, ਕਿਉਂਕਿ ਅਸੀਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਮ ਸ਼ਬਦ ਪੜ੍ਹਦੇ ਹਾਂ ਤੇ ਇਸ ਦੇ ਸਾਨੂੰ ਜੋ ਅਰਥ ਮਿਲਦੇ ਨੇ, ਇੱਕ ਤਾਂ ਕਰਮ ਦਾ ਲਫ਼ਜ਼ੀ ਅਰਥ ਹੈ ਜੀ ਕਰਮ ਕਾਂਡ। ਦੂਸਰਾ ਕਰਮ ਦਾ ਲਫ਼ਜ਼ੀ ਅਰਥ ਇਹ ਹੈ ਜੀ ਜਿਹੜੇ ਆਪਾਂ ਕੰਮ ਕਰਨੇ ਖਾਂ। ਤੇ ਤੀਸਰਾ ਫਾਰਸੀ ਵਿੱਚ ਜਿਹੜਾ ਕਰਮ ਸ਼ਬਦ ਆਇਆ ਇਹਦਾ ਅਰਥ ਹੈ ਬਖਸ਼ਿਸ਼। ਬਾਣੀ ਵਿੱਚ ਇਹ ਤਿੰਨ ਬਚਨ ਨੇ, ਜਿਵੇਂ ਅਸੀਂ ਪਾਠ ਕਰਨੇ ਆ, ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕਰਮ ਕੀਤੇ ਮੇਰਾ ਆਪਣਾ ਦੋਸ਼ ਹੈ, ਇਹਦਾ ਅਰਥ ਹੈ ਕੀਤੇ ਹੋਏ ਕੰਮ। ਇੱਕ ਬਚਨ ਅਸੀਂ ਪੜ੍ਹਨੇ ਆ, ਕਰਮ ਧਰਮ ਪਾਖੰਡ ਜੋ ਦੀਸੈ, ਉਹਦਾ ਅਰਥ ਹੈ ਕਰਮ ਖਾਂਡ। ਇੱਥੇ ਜਿਹੜਾ ਸ਼ਬਦ ਆਇਆ ਕਿ ਕਰਮ, ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼, ਕਰੀਮ ਦਾ ਅਰਥ ਹੈ ਬਖਸ਼ਿਸ਼ ਕਰਨ ਵਾਲਾ। ਭਗਤ ਜੀ ਕਹਿ ਰਹੇ ਨੇ ਕਰਮ ਕਰੀਮ ਜੋ ਕਰ ਰਹੇ। ਹੇ ਭਾਈ ਜਿਹੜਾ ਬਖਸ਼ਿਸ਼ ਕਰਨ ਵਾਲਾ ਕਰਤਾ ਪੁਰਖ ਵਾਹਿਗੁਰੂ ਕਰਤਾਰ ਜੋ ਬਖਸ਼ਿਸ਼ ਕਰ ਰਿਹਾ, ਜੋ ਕਿਸੇ ਤੇ ਰਹਿਮਤ ਕਰ ਰਿਹਾ ਹੈ, ਤੇ ਮਹਾਰਾਜ ਕਹਿ ਰਹੇ ਨੇ ਕਿ ਮੇਟ ਨਾ ਸਾਕਾ ਕੋਏ। ਉਸ ਦੀ ਬਖਸ਼ਿਸ਼ ਨੂੰ, ਉਹਦੀ ਰਹਿਮਤ ਨੂੰ, ਉਹਦੀ ਕਿਰਪਾ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਮੇਟ ਸਕਦੀ। ਜੇ ਤੂੰ ਸ਼ਰਾਪ ਦੇ ਕੇ ਕਹੇ ਕਿ ਮੈਂ ਇਸ ਗੱਲ ਨੂੰ ਮੇਟ ਸਕਣਾ ਵਾਂ, ਨਹੀਂ, ਮਹਾਰਾਜ ਕਹਿੰਦੇ ਨਹੀਂ, ਤੂੰ ਝੱਕ ਮਾਰ ਰਿਹਾ ਹੈ, ਫਾਲਤੂ ਬੋਲ ਰਿਹਾ ਹੈ, ਫਜ਼ੂਲ ਬੋਲ ਰਿਹਾ ਹੈ, ਤੇਰਾ ਕੀਤਾ ਕੁਛ ਨਹੀਂ ਹੋਣਾ। ਜੋ ਕਰਤਾ ਪੁਰਖ ਵਾਹਿਗੁਰੂ ਬਖਸ਼ਿਸ਼ ਕਰਨ ਵਾਲਾ ਬਖਸ਼ਿਸ਼ ਕਰ ਰਿਹਾ ਹੈ, ਉਸ ਦੀ ਬਖਸ਼ਿਸ਼ ਨੂੰ ਸੰਸਾਰ ਵਿੱਚ ਕੋਈ ਨਹੀਂ ਮੇਟ ਸਕਦਾ। ਇਹ ਪਹਿਲਾ ਸ਼ਲੋਕ ਹੈ ਜੀ। ਇਸ ਦੇ ਨਾਲ ਮਿਲਦਾ ਸ਼ਲੋਕ ਹੈ, ਉਹ ਹੈ ਕਬੀਰ ਸ਼ਬਦ ਵਰਤਨੇ ਰਾਮ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ। ਮੇਰੀ ਬੇਨਤੀ ਆਪ ਅਰਥਾਂ ਵੱਲ ਧਿਆਨ ਦਿਆ ਜੇ। ਕਥਾ ਦਾ ਮਕਸਦ ਹੀ ਇਹ ਹੁੰਦਾ ਕਿ ਗੁਰਬਾਣੀ ਦੇ ਅਰਥਾਂ ਦੀ ਸਮਝ ਪਵੇ। ਹੁਣ ਇੱਥੇ ਭਗਤ ਕਬੀਰ ਜੀ ਕਹਿ ਰਹੇ ਨੇ ਕਬੀਰ ਕਸੌਟੀ। ਉਂਝ ਵੈਸੇ ਕਸੌਟੀ ਦਾ ਅਰਥ ਆਪਾਂ ਪਰਖ ਕਹਿੰਦੇ, ਇਹਦੇ ਲਈ ਇੱਕ ਸ਼ਬਦ ਹੈ ਜੀ, ਸੰਸਕ੍ਰਿਤ ਦੇ ਸ਼ਬਦ ਨੇ ਦੋਨੋਂ। ਕਸੌਟੀ ਆਉਂਦਾ, ਇੱਕ ਸ਼ਬਦ ਅਸੀਂ ਕਸਵੱਟੀ ਵਰਤਨੇ। ਸੰਸਕ੍ਰਿਤ ਦਾ ਸ਼ਬਦ ਹੈ ਇੱਕ ਕਸ਼। ਕਸ਼, ਇੱਥੇ ਪਾਠ ਹੈ ਕਸ। ਕਸ਼ ਦਾ ਅਰਥ ਹੁੰਦਾ ਰਗੜਨਾ। ਤੇ ਅਗਲਾ ਸ਼ਬਦ ਹੈ ਇੱਕ ਵੱਟੀ, ਕਸ਼ਵੱਟੀ ਕਹਿੰਦੇ ਉਹ। ਵੱਟੀ ਦਾ ਲਫ਼ਜ਼ੀ ਅਰਥ ਹੈ ਗੀਟਾ, ਕਾਲੇ ਰੰਗ ਦਾ ਪੱਥਰ ਜਿਹਦੇ ਦੇ ਉੱਤੇ ਪਿੱਤਲ ਦਾ ਰੰਗ ਸੋਨੇ ਵਰਗਾ ਪ੍ਰਤੀਤ ਹੁੰਦਾ ਹੈ। ਪਰ ਸੁਨਾਰ ਵੀਰ ਕੀ ਕਰਦੇ ਨੇ, ਉਸ ਕਾਲੇ ਪੱਥਰ ਦੇ ਉੱਤੇ ਕਸ਼ ਵੱਟੀ। ਫਿਰ ਮੈਂ ਬੇਨਤੀ ਕਰਾਂ, ਕਸ਼ ਦਾ ਅਰਥ ਹੈ ਰਗੜਨਾ, ਵੱਟੀ ਦਾ ਅਰਥ ਹੈ ਪੱਥਰ। ਇਹਦਾ ਅਰਥ ਹੋ ਗਿਆ ਪੱਥਰ ਦੇ ਉੱਤੇ ਰਗੜਨਾ, ਕਿਉਂਕਿ ਪਿੱਤਲ ਦਾ ਰੰਗ ਸੋਨੇ ਵਰਗਾ ਲੱਗਦਾ ਹੈ। ਆਰਟੀਫਿਸ਼ਲ ਜਿਹੜੇ ਗਹਿਣੇ ਬਣਦੇ ਨੇ ਉਹ ਵੀ ਸੋਨੇ ਦੀ ਤਰ੍ਹਾਂ ਚਮਕਦੇ ਦਿਸਦੇ। ਪਰ ਸੁਨਾਰ ਕੀ ਕਰਦਾ ਹੈ ਕਿ ਉਸ ਸੋਨੇ ਦੇ ਗਹਿਣੇ ਨੂੰ ਉਹ ਕਸਵੱਟੀ ਦੇ ਉੱਤੇ, ਉਸ ਪੱਥਰ ਦੇ ਉੱਤੇ ਰਗੜਦਾ ਹੈ, ਤੇ ਉਹਦੀ ਰਗੜ ਨਾਲ ਪਤਾ ਲੱਗ ਜਾਂਦਾ ਇਹ ਸੋਨਾ ਅਸਲੀ ਹੈ ਕਿ ਨਕਲੀ ਹੈ। ਇੱਥੇ ਭਗਤ ਜੀ ਕਹਿ ਰਹੇ ਨੇ ਕਬੀਰ ਕਸੌਟੀ ਰਾਮ ਕੀ। ਇਹਦਾ ਅਰਥ ਹੈ ਜਦੋਂ ਰਾਮ ਦਾ ਅਰਥ ਸਾਰੀਆਂ ਥਾਵਾਂ ਤੇ ਰਮੇ ਹੋਏ, ਜੋ ਸਾਰੀਆਂ ਥਾਵਾਂ ਤੇ ਰਮੇ ਹੋਏ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ, ਜਦੋਂ ਉਹ ਕਸੌਟੀ ਲਾਉਂਦੇ ਨੇ, ਜਦੋਂ ਉਹ ਪਰਖ ਕਰਦੇ ਆ,
ਉਂਝ ਕਹਿਣ ਨੂੰ ਸਾਰੇ ਜ਼ਬਾਨ ਨਾਲ ਕਹਾਂ ਕਿ ਮੈਂ ਬੜਾ ਦ੍ਰਿੜ ਖਾਂ, ਮੈਂ ਬੜਾ ਅਡੋਲ ਖਾਂ, ਮੈਂ ਬੜਾ ਪੱਕਾ ਖਾਂ, ਮੈਂ ਸਿਰਫ ਅਜੇ ਅੱਖਰੀ ਅਰਥ ਕਰ ਰਿਹਾ। ਪਰ ਜਦੋਂ ਪਰਮਾਤਮਾ ਕਿਸੇ ਨੂੰ ਪਰਖ ਦੀ ਕਸੌਟੀ ਲਾਉਂਦਾ ਹੈ, ਉਹਦੇ ਪ੍ਰੇਮ ਨੂੰ ਪਰਖਦਾ ਹੈ, ਤੇ ਮਹਾਰਾਜ ਕਹਿੰਦੇ ਜਿਵੇਂ ਝੂਠਾ ਨਕਲੀ ਸੋਨਾ ਕਸੌਟੀ ਉੱਤੇ ਨਹੀਂ ਟਿਕਦਾ, ਇੱਕ ਖਿੰਨ ਵਿੱਚ ਪਤਾ ਲੱਗ ਜਾਂਦਾ ਇਹ ਨਕਲੀ ਹੈ, ਇਨ ਬਿਨ ਇਸੇ ਤਰ੍ਹਾਂ ਜੋ ਅੰਦਰੋਂ ਕਪਟੀ ਹੈ, ਦਿਲੋਂ ਮੁਹੱਬਤ ਨਹੀਂ ਰੱਬ ਨਾਲ ਕਰਦਾ, ਥੋੜੀ ਜੀ ਘਟਨਾ ਜ਼ਿੰਦਗੀ 'ਚ ਵਾਪਰਦੀ ਹੈ, ਹਕੀਕਤ ਇਹ ਉਸ ਬੰਦੇ ਦਾ ਵੀ ਪਤਾ ਲੱਗ ਜਾਂਦਾ ਹੈ ਇਹ ਸੱਚੀ ਪ੍ਰੀਤ ਕਰਦਾ ਹੈ ਕਿ ਝੂਠਾ ਹੈ। ਕਬੀਰ ਕਸੌਟੀ ਰਾਮ ਕੀ, ਪਰਮਾਤਮਾ ਜਦੋਂ ਪਰਖਦਾ ਹੈ, ਵਾਹਿਗੁਰੂ ਜਦੋਂ ਪਰਖਦੇ ਨੇ, ਝੂਠਾ ਟਿਕੈ ਨਾ ਕੋਈ। ਇਹਦਾ ਅਰਥ ਹੈ ਅੰਦਰ ਦਾ ਕਪਟੀ ਝੂਠਾ ਬੰਦਾ ਉਸ ਪਰਖ ਵਿੱਚ ਨਹੀਂ ਟਿਕ ਸਕਦਾ, ਉਹ ਪਾਸ ਨਹੀਂ ਹੋ ਸਕਦਾ। ਤੇ ਅੱਗੇ ਮਹਾਰਾਜ ਕੋਈ ਪਾਸ ਵੀ ਹੁੰਦਾ ਹੈ, ਤੇ ਮਹਾਰਾਜ ਕਹਿਣ ਲੱਗੇ ਰਾਮ ਕਸੌਟੀ ਸੋ ਸਹਿ। ਪਰਮੇਸ਼ਵਰ ਜਦੋਂ ਪਰਖਣ ਲੱਗੇ ਉਹਦੀ ਕਸਵੱਟੀ ਨੂੰ, ਉਹਦੀ ਪਰਖ ਨੂੰ ਕੇਵਲ ਉਹ ਸਹਿ ਸਕਦਾ ਹੈ, ਉਹ ਹੀ ਪਾਰ ਹੋ ਸਕਦਾ ਹੈ। ਮਹਾਰਾਜ ਕਹਿੰਦੇ ਜੋ ਮਰ ਜੀਵਾ ਹੋਏ, ਜਿਹੜਾ ਜਿਉਂਦੇ ਜੀ ਆਪਣੀ ਖੌਮੇ ਨੂੰ, ਆਪਣੀ ਮੈਂ ਨੂੰ, ਆਪਣੀ ਈਗੋ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ, ਉਹ ਪਾਰ ਬ੍ਰਹਮ ਪਰਮੇਸ਼ਵਰ ਦੀ ਪਾਈ ਹੋਈ ਪਰਖ ਵਿੱਚੋਂ, ਉਸ ਕਸੌਟੀ ਦੇ ਵਿੱਚੋਂ ਖਰਾ ਹੋ ਕੇ ਨਿਕਲ ਜਾਂਦਾ ਹੈ। ਇਹ ਤਾਂ 2 ਸ਼ਲੋਕਾਂ ਦੇ ਅੱਖਰੀ ਅਰਥ ਨੇ ਜੀ। ਇਹਦੀ ਸ਼ੁਰੂਆਤ ਕਿ ਆਮ ਤੌਰ ਤੇ ਮਨੁੱਖ ਦੇ ਅੰਦਰ ਦੀ ਇੱਕ ਬਿਰਤੀ ਹੈ ਕਿ ਹਰ ਕੰਮ ਮੇਰੀ ਮਰਜ਼ੀ ਦਾ ਹੋਵੇ, ਜੋ ਕੁਝ ਮੈਂ ਸੋਚਣਾ ਉਹ ਕੁਝ ਹੀ ਹੋਣਾ ਚਾਹੀਦਾ ਹੈ, ਜੋ ਕੁਝ ਮੈਂ ਚਾਹੁੰਦਾ ਹਾਂ ਉਹੀ ਸੰਸਾਰ ਵਿੱਚ ਹੋਵੇ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਕਦੀ ਹੋ ਹੀ ਨਹੀਂ ਸਕਦਾ। ਤੂੰ ਜੋ ਮਰਜ਼ੀ ਸੋਚੀ ਜਾ, ਤੇਰੇ ਕਹਿਣ ਨਾਲ, ਤੇਰੇ ਸੋਚਣ ਨਾਲ ਕੁਝ ਨਹੀਂ ਹੋਣਾ। ਹੋਣਾ ਤਾਂ ਉਹੀ ਹੈ ਜੋ ਕਰਤੇ ਪੁਰਖ ਵਾਹਿਗੁਰੂ ਜੀ ਨੂੰ ਮਨਜ਼ੂਰ ਹੈ। ਪਰਮਾਤਮਾ ਜੀ ਜੋ ਕਰਨਗੇ ਹੋਣਾ ਉਹੀ ਹੈ, ਤੇਰੇ ਸੋਚਣ ਨਾਲ, ਤੇਰੇ ਕਹਿਣ ਨਾਲ। ਤੇ ਇੱਥੋਂ ਤੱਕ ਚਾਹੇ ਸੰਸਾਰਕ ਪਦਾਰਥ ਨੇ, ਚਾਹੇ ਕਿਸੇ ਬੰਦੇ ਦਾ ਵਿਰੋਧ ਹੈ, ਚਾਹੇ ਬੰਦਾ ਨਿੰਦਿਆ ਈਰਖਾ ਜੀ ਰਿਹਾ ਹੈ, ਜੋ ਕੁਝ ਇਨਸਾਨ ਆਪ ਸੋਚ ਰਿਹਾ ਹੈ ਉਹ ਉਸ ਤਰ੍ਹਾਂ ਬਿਲਕੁਲ ਨਹੀਂ ਹੋਣਾ। ਤੇ ਇਹਦੇ ਕਹਿਣ ਨਾਲ ਨਾ ਕਿਸੇ ਨੂੰ ਵਾਰਸ ਰਾਪ ਲੱਗਣਾ ਹੈ। ਪਿਆਰਿਓ, ਹੋਣਾ ਉਹ ਕੁਛ ਹੈ ਜੋ ਕਰਤੇ ਪੁਰਖ ਵਾਹਿਗੁਰੂ ਜੀ ਨੇ ਆਪ ਕਰਨਾ ਹੈ। ਤੁਸੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦਾ ਆਗਮਨ ਪੁਰਬ ਵੀ ਮਨਾ ਰਹੇ, ਜੋ ਮੇਰੇ ਕੋਲ ਪ੍ਰਬੰਧਕ ਵੀਰਾਂ ਨੇ ਭੇਜੀ ਸੀ ਪੋਸਟ। ਤੇ ਮੈਂ ਥੋੜੀ ਜਿਹੀ ਬੇਨਤੀ ਕੱਲ ਵੀ ਕੀਤੀ, ਅੱਜ ਵੀ ਕਰ ਦੇਣਾ, ਕਿਉਂਕਿ ਜਿਹੜਾ ਦਿਨ ਮਨਾ ਰਹੇ ਉਹਦਾ ਜ਼ਿਕਰ ਕਰ ਦਿੰਦੇ ਆਪਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਆਪਾਂ ਬਾਣੀ ਕੇ ਬੋਹਿਤ ਕਹਿੰਦੇ ਹਾਂ, ਸ਼ਹੀਦਾਂ ਦੇ ਸਰਤਾਜ ਕਹਿੰਦੇ ਹਾਂ। ਸਤਿਗੁਰਾਂ ਦਾ ਆਗਮਨ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਹੋਇਆ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਗ੍ਰਹਿ ਬੀਬੀ ਭਾਨੀ ਜੀ ਦੀ ਕੁੱਖ ਤੋਂ ਗੁਰੂ ਅਰਜਨ ਦੇਵ ਜੀ ਦਾ ਆਗਮਨ ਹੁੰਦਾ ਹੈ। ਇੱਕ ਹੋਰ ਬੇਨਤੀ, ਇਤਿਹਾਸ ਬਾਰੇ ਨਹੀਂ ਜ਼ਿਆਦਾ ਬੇਨਤੀ ਕਰਾਂਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ। ਜਨਮ ਤੋਂ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਇਤਿਹਾਸ ਵਿੱਚ ਵੀ ਇਹ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਸਾਹਮਣੇ ਜਦੋਂ ਗੁਰੂ ਅਰਜਨ ਦੇਵ ਜੀ ਬਾਲ ਅਵਸਥਾ ਵਿੱਚ ਨੇ, ਬਾਲ ਵਰੇਸ਼ ਵਿੱਚ ਨੇ, ਤੇ ਇੱਕ ਦਿਨ ਉਹ ਰਿੜਦੇ ਹੋਏ, ਜੋ ਸਾਡੀ ਇਹ ਸਾਖੀ ਬੜੀ ਪ੍ਰਚਲਿਤ ਹੈ, ਮੈਨੂੰ ਪਤਾ ਹੈ ਸਭ ਸੰਗਤ ਨੂੰ ਪਤਾ ਹੋਣਾ ਮੈਂ ਕੀ ਬੋਲ ਲੱਗਾ। ਸਤਿਗੁਰੂ ਗੁਰੂ ਅਮਰਦਾਸ ਉਹ ਪਲੰਗ ਤੇ ਨੇ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪਲੰਗ ਨੂੰ ਹੱਥ ਪਾਉਂਦੇ ਨੇ, ਪਲੰਗ ਹਿੱਲਦਾ ਹੈ, ਤੇ ਗੁਰੂ ਅਮਰਦਾਸ ਜੀ ਦੇ ਮੁਖ ਤੋਂ ਇਹ ਬਚਨ ਨਿਕਲਦਾ, ਤਵਾਰੀਖੀ ਗ੍ਰੰਥ ਵਿੱਚ ਹੈ, ਇਹ ਕੌਣ ਹੈ ਪੁਰਖ ਭਾਰੀ, ਜਿਨਨੇ ਮੰਜੀ ਸਾਡੀ ਹਿਲਾਈ ਸਾਰੀ। ਇਹ ਕੌਣ ਹੈ ਮਹਾਂਪੁਰਖ, ਕਿਹੜਾ ਭਾਰੀ ਪੁਰਖ ਹੈ ਜਿਨਨੇ ਸਾਡੀ ਮੰਜੀ ਨੂੰ ਹਿਲਾ ਦਿੱਤਾ ਹੈ। ਉਸ ਵਕਤ ਸਨਮਾਨਯੋਗ ਬੀਬੀ ਭਾਨੀ ਜੀ ਹੁੰਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਰਿੜਦੇ ਕੋਈ ਪਲੰਗ ਕੋਲ ਗਏ ਆ, ਤੇ ਬੀਬੀ ਜੀ ਸ਼ਬਦ ਕਹਿੰਦੇ ਨੇ, ਪਿਤਾ ਜੀ ਇਹ ਛੋਟਾ ਦੋਹਤਾ ਜੇ ਦੋਹਤਾ, ਇਹ ਸ਼ਬਦ ਨੇ, ਇਹ ਦੋਹਤਾ ਹੈ। ਹਜ਼ੂਰ ਦੀਆਂ ਜਿਹੜੀਆਂ ਲੱਤਾਂ ਨੇ ਬਾਲ ਵਰੇਸ ਵਿੱਚ ਰਿੜਦਿਆਂ ਮਿੱਟੀ ਨਾਲ ਭਰੀਆਂ ਨੇ, ਤੇ ਮਹਾਰਾਜ ਨੇਤਰ ਖੋਲ ਕੇ ਕਹਿੰਦੇ ਆ, ਬੇਟਾ ਇਹਨੂੰ ਮੇਰੀ ਗੋਦ 'ਚ ਬਿਠਾ ਦੇ। ਆਪਣੀ ਗੋਦ 'ਚ ਬਿਠਾ ਕੇ ਤੇ ਸੀਸ ਤੇ ਹੱਥ ਰੱਖ ਕੇ ਸ਼ਬਦ ਕਹਿੰਦੇ ਆ, ਭਾਨੀਏ ਇਹ ਦੋਹਤਾ ਨਹੀਂ, ਇਹ ਬਾਣੀ ਕਾ ਬੋਹਿਤਾ ਹੈ। ਮੈਂ ਕੱਲ ਇੱਕ ਬੇਨਤੀ ਕੀਤੀ ਸੀ ਜੀ, ਦੇਖੋ
ਬਾਬਾ ਪ੍ਰਿਥੀ ਚੰਦ ਜੀ ਦਾ ਜਿਹੜਾ ਜਨਮ ਹੈ ਇਤਿਹਾਸ ਵਿੱਚ ਆਪਾਂ ਪੜ੍ਹਨੇ ਖਾਂ, ਉਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਉਹਨਾਂ ਤੋਂ 6 ਸਾਲ ਵੱਡੇ ਆ। ਬਾਬਾ ਪ੍ਰਿਥੀ ਚੰਦ ਜੀ ਉਹਨਾਂ ਤੋਂ ਛੋਟੇ ਬਾਬਾ ਮਹਾਦੇਵ ਜੀ ਨੇ। ਸਾਡੇ ਇਤਿਹਾਸਕਾਰਾਂ ਨੇ 1557, 1560 ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਆਗਮਨ 1563 ਦਾ ਹੈ। ਇਹ ਗੱਲ ਧਿਆਨ 'ਚ ਰੱਖਿਓ। ਉਸੇ ਵਿਹੜੇ ਵਿੱਚ ਬਾਬਾ ਪ੍ਰਿਥੀ ਚੰਦ ਜੀ ਖੇਡਦੇ ਆ, ਉਸੇ ਵਿਹੜੇ ਵਿੱਚ ਬਾਬਾ ਮਹਾਦੇਵ ਜੀ ਖੇਡਦੇ ਆ। ਆਖਰ ਇਹ ਵੀ ਤਾਂ ਦੋਵੇਂ ਜਿਹੜੇ ਦੋਤੇ ਨੇ ਗੁਰੂ ਅਮਰਦਾਸ ਜੀ ਦੀ ਨਜ਼ਰ ਵਿੱਚੋਂ ਕਿੰਨੀ ਵਾਰੀ ਨਿਕਲੇ ਆ, ਪਰ ਕੇਵਲ ਧੰਨ ਗੁਰੂ ਅਰਜਨ ਦੇਵ ਜੀ ਨੇ, ਜਿਨ੍ਹਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ, ਇਹ ਇਕੱਲਾ ਦੋਹਤਾ ਨਹੀਂ, ਇਹ ਦੋਹਤਾ ਬਾਣੀ ਕਾ ਬੋਹਿਤਾ ਹੈ। ਇੱਕ ਹੋਰ ਅਰਜ਼ ਮੈਂ ਆਪ ਨੂੰ ਕਰਦਿਆਂ, ਸ਼ਾਇਦ ਯਾਦ ਹੋਵੇ ਜਦੋਂ ਕਈ ਸਾਲ ਪਹਿਲਾਂ ਆਇਆ ਇੱਕ ਅਰਜ਼ ਕੀਤੀ ਸੀ, ਮੇਰੀ ਜ਼ੁਬਾਨ ਤੇ ਇੱਕ ਸ਼ਬਦ ਪੜਿਆ ਚੜਿਆ, ਮੇਰੀ ਕਮਜ਼ੋਰੀ ਕਹਿ ਲਓ ਅਰਜੁਨ। ਉਹਦਾ ਕਾਰਨ ਹੈ ਕਈ ਵਾਰੀ ਮੇਰੀ ਜ਼ੁਬਾਨ ਤੋਂ ਨਿਕਲਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭੱਟ ਸਾਹਿਬਾਨ ਨੇ ਜਿਹੜਾ ਸਤਿਗੁਰਾਂ ਦਾ ਨਾਮ ਵਰਤਿਆ, 19 ਵਾਰ ਜਿਹੜਾ ਸ਼ਬਦ ਵਰਤਿਆ ਉਹ ਅਰਜੁਨ ਵਰਤਿਆ ਹੈ। ਕਿਸੇ ਵੀ ਭੱਟ ਜੀ ਨੇ ਅਰਜਨ ਸ਼ਬਦ ਨਹੀਂ ਕਿਹਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਵਾਰੀ ਸ਼ਬਦ ਅਰਜਨ ਆਇਆ ਹੈ, ਉਹ ਸਤਿਗੁਰੂ ਦੇ ਘਰ ਦੇ ਰਬਾਬੀਆਂ ਨੇ ਕਿਹਾ ਹੈ। ਪਰ ਜਿਹੜਾ ਅਸੀਂ ਅਰਦਾਸ ਵਿੱਚ ਵੀ ਪੜ੍ਹਦੇ ਹਾਂ ਕਿ ਅਰਜਨ ਹਰ ਗੋਬਿੰਦ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸ਼ਬਦ ਅਰਜਨ ਵਰਤਿਆ। ਅਰਜਨ ਹੀ ਬੋਲਣਾ ਚਾਹੀਦਾ, ਮੈਨੂੰ ਖਿਮਾ ਮੈਂ ਪਹਿਲਾਂ ਮੰਗ ਲਾਂ, ਕਿਉਂਕਿ ਸਵਈਆਂ ਦਾ ਕਈ ਵਾਰੀ ਰੋਜ਼ ਪਾਠ ਕਰਨ ਕਰਕੇ ਉਹ ਜ਼ਬਾਨ ਤੇ ਚੜ ਚੁੱਕਾ ਹੈ। ਪਰ ਮੇਰੀ ਬੇਨਤੀ ਹੈ ਇਹ ਸ਼ਬਦ ਅਰਜਨ ਤੇ ਅਰਜੁਨ, ਕਿਉਂਕਿ ਜਿਸ ਸੰਬੰਧ 'ਚ ਮੈਨੂੰ ਸੱਦਿਆ ਗਿਆ ਮੈਂ ਉਹਦੀ ਥੋੜ੍ਹੀ ਜਿਹੀ ਬੇਨਤੀ ਆਰੰਭ 'ਚ ਕਰ ਲਗਾ। ਆਵਾਂਗੇ ਆਪਾਂ ਇਸ ਵਿਚਾਰ ਤੇ। ਅਰਜਨ ਤੇ ਅਰਜੁਨ, ਸਾਡੇ ਸਿਆਣੇ ਇੱਕ ਵਿਦਵਾਨ ਇਸ ਸ਼ਬਦ ਦੇ ਅਰਥ ਬੜੇ ਕਮਾਲ ਦੇ ਕਰਦੇ। ਉਹ ਕਹਿੰਦੇ ਨੇ ਜੀ ਭੱਟਾਂ ਨੇ ਜਿਹੜਾ ਸ਼ਬਦ ਵਰਤਿਆ ਅਰਜੁਨ, ਇਹ ਦੋ ਹਿੱਸਿਆਂ ਵਿੱਚ ਇਹ ਸ਼ਬਦ ਵੰਡਦੇ ਆ। ਇੱਕ ਹੈ ਸ਼ਬਦ ਅਰ ਤੇ ਦੂਸਰਾ ਹੈ ਜੁਨ। ਅਰ ਅਤੇ ਜੁਨ, ਅਰ ਦੇ ਲਫ਼ਜ਼ੀ ਅਰਥ ਦੋ ਨੇ ਜੀ। ਇੱਕ ਅਰ ਦਾ ਅਰਥ ਹੈ ਅਤੇ, ਤੇ ਇੱਕ ਅਰ ਦਾ ਲਫ਼ਜ਼ੀ ਅਰਥ ਹੁੰਦਾ ਹੈ ਦੁਸ਼ਮਣ, ਵੈਰੀ। ਦੋ ਹੋ ਗਏ, ਅਰ ਅਤੇ ਅਰ ਦੁਸ਼ਮਣ। ਤੇ ਨਾਲ ਸ਼ਬਦ ਹੈ ਜੁਨ, ਅਰਜੁਨ। ਜੁਨ ਦਾ ਉਹਨਾਂ ਸ਼ਬਦ ਬਣਾਇਆ ਜੀ ਜੁਨਨਾ। ਇੱਕ ਸ਼ਬਦ ਹੈ ਜੂਝਣਾ, ਇੱਕ ਸ਼ਬਦ ਹੈ ਜੁਨਨਾ। ਜੂਝਣਾ ਦਾ ਲਫ਼ਜ਼ੀ ਅਰਥ ਹੈ ਜਿਹੜਾ ਸੰਘਰਸ਼ ਕਰ ਰਿਹਾ ਹੈ। ਜੂਝਣਾ ਦਾ ਲਫ਼ਜ਼ੀ ਅਰਥ ਹੈ ਜਿਹੜਾ ਸਟਰਗਲ ਕਰ ਰਿਹਾ ਹੈ, ਜਿਹੜਾ ਮੈਦਾਨੇ ਜੰਗ ਵਿੱਚ ਹੈ। ਤੇ ਜਿਹੜਾ ਜੁਨਨਾ ਹੈ ਇਹਦਾ ਲਫ਼ਜ਼ੀ ਅਰਥ ਹੁੰਦਾ ਜਿਹੜਾ ਜਿੱਤ ਚੁੱਕਾ ਹੈ। ਅਰਜੁਨ ਦਾ ਲਫ਼ਜ਼ੀ ਅਰਥ ਇਹ ਵੇ ਕਿ ਉਹ ਸੱਚੇ ਪਾਤਸ਼ਾਹ ਜਿਹਨੇ ਅੰਦਰ ਦੇ ਬਾਹਰ ਦੇ ਦੁਸ਼ਮਣਾਂ ਨੂੰ ਜਿੱਤਿਆ ਹੋਇਆ ਹੈ। ਅਰਜੁਨ, ਭੱਟਾਂ ਨੇ ਇਹੀ ਸ਼ਬਦ ਵਰਤਿਆ ਅਰਜੁਨ। ਤੇ ਮੈਂ ਅਰਜ਼ ਕਰ ਲੱਗਾ, ਦੋ ਕੁ ਬਚਨ ਆਪ ਨਾਲ ਸਾਂਝੇ ਕਰਾਂਗਾ। ਭੱਟਾਂ ਦਾ ਪਹਿਲਾ ਜਿਹੜਾ ਸਵਈਆ ਹੈ, ਦੋ ਸ਼ਬਦ ਸਿਰਫ ਸਾਂਝੇ ਕਰਨੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਪਹਿਲੇ ਸਵਈਏ ਵਿੱਚ ਉਹਨਾਂ ਨੇ ਸ਼ਬਦ ਵਰਤਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵਕਤ ਜਨਮ ਹੋਇਆ ਉਸ ਵੇਲੇ ਬ੍ਰਹਮ ਗਿਆਨੀ ਨੇ। ਇਹ ਪਵਿੱਤਰ ਬਚਨ ਹੈ, ਸਿਮਰਨ ਸੋਈ ਪੁਰਖ ਅਚਲ ਅਬਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਰ ਰਿ ਧਾਰਨ, ਗੁਰ ਅਰਜੁਨ ਗੁਣ ਸਹਿਜ ਵਿਚਾਰਨ। ਬੜੇ ਸੌਖੇ ਅਰਥ ਨੇ ਜੀ। ਭੱਟ ਸਾਹਿਬ ਜੀ ਕਹਿ ਰਹੇ ਨੇ, ਭੱਟ ਕਲ ਜੀ, ਕਿ ਸਭ ਤੋਂ ਪਹਿਲਾਂ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹਾਂ, ਜੋ ਅਚਲ ਨੇ, ਜੋ ਅਟਲ ਨੇ, ਜਿਨ੍ਹਾਂ ਕਦੀ ਜਾਣਾ ਨਹੀਂ। ਸਿਮਰਨ ਸੋਈ ਪੁਰਖ ਅਚਲ ਅਬਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ। ਜਿਸ ਪਰਮੇਸ਼ਵਰ ਦਾ ਸਿਮਰਨ ਕੀਤਿਆਂ ਅੰਦਰ ਦੀ ਭੈੜੀ ਮੱਤ ਦਾ ਖਾਤਮਾ ਹੋ ਜਾਂਦਾ ਹੈ। ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਰ ਰਿਦ ਧਾਰੰਗ। हे ਸਤਿਗੁਰੂ, ਮੈਂ ਆਪ ਜੀ ਦੇ ਕਮਲ ਵਰਗੇ ਜਿਹੜੇ ਚਰਨ ਨੇ, ਨਰਲੇਪ ਰਹਿਣ ਵਾਲੇ ਜਿਹੜੇ ਚਰਨ ਨੇ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ। ਗੁਰ ਅਰਜੁਨ ਗੁਣ ਸਹਿਜ ਵਿਚਾਰਨ। ਧੰਨ ਗੁਰੂ ਅਰਜੁਨ ਦੇਵ, ਮੈਂ ਸਹਿਜ ਵਿੱਚ ਟਿਕ ਕੇ, ਕਾਹਲੀ 'ਚ ਨਹੀਂ, ਮਨ ਦੇ ਟਿਕਾਣ ਨਾਲ ਆਪ ਜੀ ਦੇ ਗੁਣ ਬਿਆਨ ਕਰ ਲੱਗਾ ਮੈਂ। ਗੁਰ ਅਰਜੁਨ ਗੁਣ ਸਹਿਜ ਵਿਚਾਰਨ। ਕਿਹੜੇ ਗੁਣ ਜੀ? ਗੁਰ ਰਾਮਦਾਸ ਕਰ ਕੀਓ ਪ੍ਰਕਾਸ਼ਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਗ੍ਰਹਿ ਵਿਖੇ ਆਪ ਜੀ ਦਾ ਪ੍ਰਕਾਸ਼ ਹੋਇਆ ਹੈ। ਸਕਲ ਮਨੋਰਥ ਪੂਰੀ ਆਸਾ। ਆਪ ਜੀ ਦੇ ਆਗਮਨ ਨਾਲ ਹਰ ਮਨੋਰਥ ਪੂਰਾ ਹੋ ਗਿਆ, ਆਸ਼ਾਵਾਂ ਪੂਰੀਆਂ ਹੋ ਗਈਆਂ।
ਇੱਛਾ ਪੂਰੀਆਂ ਹੋ ਗਈਆਂ। ਅੱਗੇ ਕਹਿੰਦੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੈ ਦਾ ਅਰਥ ਤੁਸੀਂ, ਜਨਮਤ ਦਾ ਅਰਥ ਹੈ ਆਪਣੇ ਜਨਮ ਤੋਂ ਹੀ। ਇਸ ਕਰਕੇ ਮੈਂ ਅਰਜ਼ ਕੀਤੀ ਦੂਸਰੇ ਦੋਹਤਿਆਂ ਨੂੰ ਬਾਣੀ ਕਾ ਬੋਹਿਤ ਨਹੀਂ ਕਿਹਾ, ਬਾਣੀ ਦੇ ਬੋਹਿਤ ਧੰਨ ਗੁਰੂ ਅਰਜਨ ਦੇਵ ਨੇ। ਮਹਾਰਾਜ ਕਹਿ ਰਹੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਆਪ ਜੀ ਨੇ ਆਪਣੇ ਜਨਮ ਤੋਂ ਬ੍ਰਹਮ ਨੂੰ ਪਛਾਣਿਆ ਹੈ। ਕਲ ਜੋੜ ਕਰ ਸੋ ਜਸ ਵਖਾਣਿਓ। ਦੋਨੋਂ ਹੱਥ ਜੋੜ ਕੇ ਭੱਟ ਕਲ ਜੀ ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਸੋਹਣੇ ਜਸ ਨੂੰ, ਚੰਗੇ ਜਸ ਨੂੰ, ਕੇਵਲ ਫੋਕਾ ਜਸ ਨਹੀਂ, ਕਿਉਂਕਿ ਇੱਕ ਹੁੰਦਾ ਜਸ, ਇੱਕ ਹੁੰਦਾ ਅਪ ਜਸ, ਇੱਕ ਹੁੰਦਾ ਸੁਜਸ। ਸੁਜਸ ਦਾ ਅਰਥ ਹੈ ਜਿਹਦਾ ਜਸ ਹੀ ਬੜਾ ਸੋਹਣਾ ਹੈ। ਕਲ ਜੋੜ ਕਰ ਸੁਜਸ ਵਖਾਣਿਓ। ਇਹਦੇ ਵਿੱਚ ਇੱਕ ਹੋਰ ਬਚਨ ਹੁੰਦਾ, ਮੈਂ ਸੰਖੇਪ ਜਿਹਾ ਕਹਿ ਦੇਣਾ। ਉਹਦੇ ਵਿੱਚ ਭੱਟ ਸਾਹਿਬ ਜੀ ਕਹਿੰਦੇ ਨੇ ਕਿ ਭਗਤ ਜੋਗ ਕੋ ਜੈਤਵਾਰ ਹਰ ਜਨ ਕੋ ਬਾਇਓ। ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ। ਉਹਦੇ ਅਖੀਰ ਵਿੱਚ ਹੈ ਗੁਰ ਅਰਜੁਨ ਘਰ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਗੁਰੂ ਅਰਜੁਨ ਦੇਵ ਜੀ, ਜਿੱਥੇ ਬ੍ਰਹਮ ਗਿਆਨੀ ਸ਼ਬਦ ਵਰਤਿਆ ਉੱਥੇ ਉਹਨਾਂ ਸ਼ਬਦ ਵਰਤਿਆ ਕਿ ਗੁਰੂ ਅਰਜੁਨ ਦੇਵ ਗੁਰੂ ਰਾਮਦਾਸ ਦੇ ਘਰ 'ਚ ਆਗਮਨ ਹੋਇਆ ਤੇ ਉਹ ਭਗਤ ਬਣ ਕੇ ਆਏ। ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਭਗਤ ਬਣ ਕੇ ਆਏ। ਮੈਂ ਸਿਰਫ ਸੰਖੇਪ ਜੀ ਬੇਨਤੀ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਤੇ ਫਿਰ ਉਸੇ ਬਚਨ ਨੂੰ ਕਿ ਜੇ ਕੋਈ ਬੰਦਾ ਕਿਸੇ ਬਾਰੇ ਮਾੜਾ ਸੋਚੇ, ਬੁਰਾ ਸੋਚੇ, ਝੱਖ ਮਾਰਨੀ ਸ਼ੁਰੂ ਕਰਦਾ ਹੈ। ਕਈ ਵਾਰੀ ਜੋ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ ਬੰਦਾ ਉਹਦੇ ਬਾਰੇ ਵੀ ਝੱਖ ਮਾਰਦਾ ਹੈ, ਫਜ਼ੂਲ ਬੋਲਣ ਲੱਗ ਪੈਂਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ 'ਚ ਭਗਤ ਜੀ ਕਹਿੰਦੇ ਤੇਰੀ ਝੱਖ ਮਾਰਿਆ, ਤੇਰੇ ਫਜ਼ੂਲ ਬੋਲਣ ਨਾਲ ਕੁਝ ਵੀ ਨਹੀਂ ਹੋਣਾ। ਜੋ ਕਰਤੇ ਪੁਰਖ ਵਾਹਿਗੁਰੂ ਜੀ ਨੇ ਕਰਨਾ ਹੋਣਾ ਉਹੀ ਹੈ। ਇੱਕ ਅਸੀਂ ਇਤਿਹਾਸ ਵਿੱਚੋਂ ਤੇ ਬਾਣੀ 'ਚੋਂ ਬਚਨ ਲੈਂਦੇ ਹਾਂ। ਬੰਦਾ ਬਹੁਤ ਕੁਝ ਸੋਚਦਾ ਕਿਸੇ ਦੇ ਬਾਰੇ, ਕਿਵੇਂ ਮੈਂ ਜਿਵੇਂ ਕਿਹਾ ਵਾਰ ਸ਼ਰਾਬ ਬਾਰੇ, ਇਹ ਵੀ ਇੱਕ ਮਾਨਸਿਕ ਤੌਰ 'ਤੇ ਡਰ ਪੈਦਾ ਕੀਤਾ ਜਾਂਦਾ ਕਿ ਸ਼ਰਾਬ ਦੇ ਦਿੱਤਾ ਜਾਏਗਾ ਤੂੰ ਖਤਮ ਹੋ ਜਾਣਾ। ਅੱਜ ਕੱਲ੍ਹ ਬਹੁਤ ਹੈ ਇਹ ਗੱਲ, ਚੇਤੇ ਰੱਖਿਓ। ਗੁਰਮਤ ਵਿੱਚ ਜਿਹੜਾ ਬੰਦਾ ਰੱਬ ਦਾ ਸਹਾਰਾ ਕਿਸੇ ਦਾ ਬੁਰਾ ਕਰਨ ਵਾਸਤੇ ਲੈਂਦਾ ਹੈ ਨਾ, ਪਰਮਾਤਮਾ ਐਸਾ ਨਹੀਂ, ਉਹਨੂੰ ਮਨਜ਼ੂਰ ਨਹੀਂ। ਕਿਉਂਕਿ ਸਾਡੀ ਬਿਰਤੀ ਹੈ ਨਾ ਜੀ ਕਿ ਕਿਸੇ ਦਾ ਬੁਰਾ ਹੋ ਜਾਏ ਮੇਰਾ ਭਲਾ ਹੋ ਜਾਏ। ਗੁਰਮਤ ਇਸ ਗੱਲ ਨੂੰ, ਗੁਰਮਤ ਦੇ ਦੋ ਨੁਕਤੇ ਜੇਨ 'ਚ ਰੱਖ ਕੇ ਤੁਰਿਓ ਗੁਰਮੁਖੋ। ਕਿ ਮੈਨੂੰ ਪਤਾ ਆਪਾਂ ਕਈ ਸਾਲ ਲਾ ਕੇ ਇੱਥੇ ਅਰਦਾਸ ਦੀ ਕਥਾ ਕੀਤੀ। ਇੱਕ ਤਾਂ ਖਾਲਸਾ ਜੀਓ ਤੁਹਾਡੀ ਅਰਦਾਸ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੰਗ ਹੈ ਉਹ ਸਰਬ ਸੁੱਖ ਦੀ ਹੈ ਕਿ ਸਭ ਦਾ ਸੁੱਖ ਹੋਵੇ। ਦੂਸਰਾ ਜਦੋਂ ਅਸੀਂ ਅਰਦਾਸ ਕਰਨੇ ਆ ਤੇ ਆਪਾਂ ਝੁਕਨੇ ਆ, ਨਮਸਕਾਰ ਕਰਨੇ ਆ, ਤੇ ਉੱਥੇ ਸਾਡੀ ਅਰਦਾਸ ਦੀ ਆਖਰੀ ਮੰਗ ਇਹ ਵੇ ਕਿ ਪਰਮਾਤਮਾ ਜੀਓ ਵਾਹਿਗੁਰੂ ਜੀ ਨਾਮ ਦੀ ਚੜ੍ਹਦੀ ਕਲਾ ਹੋਵੇ ਤੇ ਇੰਨੀ ਕਿਰਪਾ ਕਰਿਓ ਸਾਰੇ ਸੰਸਾਰ ਦਾ ਅਰਥ ਕੇਵਲ ਮਾਨਵ ਜਾਤੀ ਨਹੀਂ, ਜੋ ਕੋਈ ਤੁਸੀਂ ਖੰਡਾਂ ਬ੍ਰਹਿਮੰਡਾਂ ਵਿੱਚ ਪੈਦਾ ਕੀਤਾ ਹੈ ਇਹ ਸਭ ਦਾ ਭਲਾ ਹੋਵੇ। ਇਹ ਸਾਡੀ ਅਰਦਾਸ ਹੈ। ਜਦੋਂ ਅਸੀਂ ਅਰਦਾਸ ਵਿੱਚ ਸ਼ਬਦ ਕਹਿੰਦੇ ਆ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਮੁੱਚੇ ਖਾਲਸੇ ਵੱਲੋਂ ਬੇਨਤੀ ਹੈ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤ ਆਵੇ। ਤੇ ਇਸ ਚਿੱਤ ਆਉਣ ਦਾ ਫਲ ਕੀ ਮਿਲੇ? ਅਰਦਾਸ ਪੰਥ ਵੱਲੋਂ ਹੈ, ਅਰਦਾਸ ਖਾਲਸਾ ਸਮੂਹ ਵੱਲੋਂ ਹੈ, ਅਰਦਾਸ ਸਰਬੱਤ ਖਾਲਸੇ ਵੱਲੋਂ ਹੈ। ਜੇ ਵਾਹਿਗੁਰੂ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਚੇਤੇ ਆਵੇ ਤੇ ਇਹਦਾ ਫਲ ਸਿਰਫ ਸਮੂਹ ਖਾਲਸੇ ਨੂੰ ਮਿਲੇ। ਇਸ ਬੰਦਗੀ ਦਾ ਫਲ ਸਿਰਫ ਸਰਬੱਤ ਖਾਲਸੇ ਨੂੰ ਮਿਲੇ। ਕਰਮ ਸਰਬੱਤ ਖਾਲਸਾ ਕਰ ਰਿਹਾ ਹੈ, ਵਾਹਿਗੁਰੂ 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 ਚੇਤ ਆਵੇ। ਤੇ ਅੱਗੇ ਕਿਹਾ ਜਾਂਦਾ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਉਸ ਪਰਮਾਤਮਾ ਵਾਹਿਗੁਰੂ ਤੁਹਾਡੇ ਨਾਮ ਚੇਤੇ ਆਉਣ ਨਾਲ ਇਹ ਕਿਰਪਾ ਕਰਿਓ ਸਰਬੱਤ ਦਾ ਭਲਾ ਹੋਵੇ, ਸਾਰੀਆਂ ਥਾਵਾਂ ਤੇ ਸੁਖ ਵਰਤੇ। ਦੂਸਰਾ ਬਚਨ ਅਸੀਂ ਪੜ੍ਹਨੇ ਜਿਹੜਾ ਅਸੀਂ ਅਰਦਾਸ 'ਚ ਰੋਜ਼ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ। ਪਿਆਰਿਓ ਬੜਾ ਪਿਆਰਾ ਸ਼ਬਦ ਹੈ ਨਾਨਕ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵਰਤ ਕੇ, ਨਾਨਕ ਮੋਹਰ ਨੂੰ ਵਰਤ ਕੇ ਪੰਥ ਨੇ ਸ਼ਬਦ ਬਣਾਇਆ ਨਾਮ ਚੜ੍ਹਦੀ ਕਲਾ, ਕਿ ਪਰਮੇਸ਼ਵਰ ਦੇ ਨਾਮ ਦੀ ਹੀ ਚੜ੍ਹਦੀ ਕਲਾ ਹੈ। ਇੱਕ ਚੜ੍ਹਦੀ ਕਲਾ ਹੈ, ਅਸੀਂ ਸ਼ਬਦ ਵਰਤਨੇ ਆ ਬਾਹਰ ਮੁਖੀ ਕਿ ਪੁੱਛ ਬਹੁਤ ਜੀ ਚੜ੍ਹਦੀ ਕਲਾ ਜੀ। ਮੈਂ ਆਪ ਨੂੰ ਬੇਨਤੀ ਕਰਾਂਗਾ ਰੋਜ਼ ਰੋਜ਼ ਚੜ੍ਹਦੀ ਕਲਾ ਕਹਿੰਦੇ ਹਾਂ, ਪਰ ਪਤਾ ਉਦੋਂ ਲੱਗਦਾ ਜਿੱਦਣ ਦੁੱਖ ਟੁੱਟਦਾ ਉਦੋਂ ਚੜ੍ਹਦੀ ਕਲਾ ਹੈ ਕਿ ਨਹੀਂ। ਚੜ੍ਹਦੀ ਕਲਾ ਸ਼ਬਦ ਥੋੜਾ ਨਹੀਂ ਜੀ,
ਚੜ੍ਹਦੀ ਕਲਾ ਤਾਂ ਇੱਕ ਅੰਦਰ ਦੀ ਅਵਸਥਾ ਹੈ, ਤੇ ਦੂਜੀ ਗੱਲ ਚੜ੍ਹਦੀ ਕਲਾ ਦੀ ਉਹ ਅਵਸਥਾ ਨਾਮ ਤੋਂ ਬਿਨਾਂ ਨਹੀਂ ਮਿਲ ਸਕਦੀ। ਚੜ੍ਹਦੀ ਕਲਾ ਦੀ ਅਵਸਥਾ ਨਾਮ ਵਿੱਚੋਂ ਹੈ। ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਮਹਾਕਾਵ ਉਹਨਾਂ ਦਾ ਰਾਣਾ ਸੂਰਤ ਸਿੰਘ, ਉਹਦੇ ਵਿੱਚ 2 ਸਤਰਾਂ ਲਿਖਦੇ ਨੇ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਇਹ 2 ਸਤਰਾਂ ਚੜ੍ਹਦੀ ਕਲਾ ਦੀ ਵਿਆਖਿਆ ਹੈ। ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ। ਫਿਰ ਸੁਣਿਓ, ਸਿੱਖੀ ਬਲਵਾਨੀ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ। ਅਸਲ 'ਚ ਸਿੱਖੀ ਹੈ ਆਪਣੀ ਸੁਰਤ ਨੂੰ ਅਡੋਲ ਕਰਨਾ, ਬਲਵਾਨ ਕਰਨਾ, ਤਾਕਤਵਰ ਕਰਨਾ। ਇਹ ਸੁਰਤ ਡੋਲੇ ਨਾ, ਤੇ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਅਡੋਲ ਸੁਰਤ ਹੈ ਚੜ੍ਹਦੀ ਕਲਾ ਨਿਵਾਸ ਸਾਦੀ ਰੱਖਣਾ। ਚੜ੍ਹਦੀ ਕਲਾ ਵੀ ਉਹਨਾਂ ਦੀ ਹੈ ਪਿਆਰਿਓ ਜਿਨ੍ਹਾਂ ਦੀ ਸੁਰਤ ਅਡੋਲ ਹੈ। ਜੇ ਸੁਰਤ ਡੋਲ ਗਈ ਨਾ, ਫਿਰ ਵਜੂਦ ਸਰੀਰ ਦਾ ਜਿੰਨਾ ਮਰਜ਼ੀ ਹੋਵੇ, ਯਾਦ ਰੱਖਿਓ ਦੀ ਕੋਈ ਕੀਮਤ ਨਹੀਂ। ਅਡੋਲ ਸੁਰਤ ਲਈ ਕਮਜ਼ੋਰ ਢਾਂਚਾ ਬਾਹਰ ਮੁਖੀ ਮੈਂ ਕਹਾਂਗਾ ਉਹ ਵੀ ਪ੍ਰਵਾਨ ਹੋ ਜਾਂਦਾ ਹੈ। ਇੱਥੇ ਫਿਰ ਅਰਜ਼ ਹੈ ਕਿ ਅਸੀਂ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ, ਉੱਤੇ ਸ਼ਬਦ ਵਰਤਿਆ ਤੇਰੇ ਭਾਣੇ। ਯਾਦ ਰੱਖਿਓ ਇੱਥੇ ਤੇਰੇ ਭਾਣੇ ਸ਼ਬਦ ਬੜੇ ਕਮਾਲ ਦਾ ਹੈ, ਬੰਦੇ ਦੇ ਭਾਣੇ ਨਹੀਂ। ਕਈ ਵਾਰੀ ਅਸੀਂ ਕਹਾਂਗੇ ਜੀ ਫਲਾਣੇ ਬੰਦੇ ਦੀ ਅਰਦਾਸ ਕੀਤੀ ਉਹ ਦੁੱਖ ਹੈ, ਉੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ, ਸਤਿਗੁਰੂ ਦੀ ਅਰਦਾਸ ਲਈ ਸ਼ਬਦ ਵਰਤਿਆ ਭਾਣੇ, ਕਿ ਜੋ ਤੈਨੂੰ ਚੰਗਾ ਲੱਗਦਾ ਨਾ ਤੇਰੇ ਭਾਣੇ ਅਨੁਸਾਰ ਹੀ ਸਰਬੱਤ ਦਾ ਭਲਾ ਹੋਵੇ, ਸੀ ਆਪਣੀ ਮਰਜ਼ੀ ਨਹੀਂ ਥੋਪ ਰਹੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਰਾਤ ਮੈਂ ਥੋੜੀ ਜੀ ਕਥਾ ਰਿਪੀਟ ਕਰ ਰਿਹਾ ਜੀ। ਦੇਖੋ ਕਿ ਜਿਹੜੀ ਟਿਕੀ ਹੋਈ ਸੁਰਤ ਹੈ ਉਹ ਨਾ, ਦੋਨੋਂ ਸ਼ਲੋਕ ਇਕੱਠੇ ਦਰਤ ਹੋਵੇਗੀ ਨਾ, ਉਹ ਦੁੱਖ ਵਿੱਚ ਡੋਲਦੀ ਨਹੀਂ ਤੇ ਸੁੱਖ ਵਿੱਚ ਹੰਕਾਰੀ ਨਹੀਂ ਹੁੰਦੀ। ਜਨਮ ਵਿੱਚ ਲੁੱਡੀਆਂ ਤੇ ਭੰਗੜੇ ਨਹੀਂ ਪਾਉਂਦੀ, ਤੇ ਮੌਤ ਵਿੱਚ ਵੈਣ ਤੇ ਕੀਰਨੇ ਪਾ ਕੇ ਉਲਾਮੇ ਨਹੀਂ ਦਿੰਦੀ। ਕੁਝ ਲਾਹਾ ਮਿਲ ਜਾਏ ਤੇ ਬੰਦਾ ਹੰਕਾਰ 'ਚ ਨਹੀਂ ਤੁਰਦਾ, ਤੇ ਜੇ ਘਾਟੇ ਪੈ ਜਾਣ ਸੁਸਾਈਡ ਕਰਨ ਵਾਲੇ ਪਾਸੇ ਨਹੀਂ ਜਾਂਦਾ। ਜੇ 10 ਬੰਦੇ ਉਹਦੇ ਪਿੱਛੇ ਵਾਹ 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 ਕਰੀ ਜਾਣ, ਜਕਾਰੇ ਛੱਡੀ ਜਾਣ, ਉਹ ਉਸ ਚੀਜ਼ ਨੂੰ ਆਪਣੇ ਅੰਦਰ ਦੀ ਸੁਰਤ ਤੇ ਪ੍ਰਭਾਵ ਨਹੀਂ ਪੈਣ ਦਿੰਦਾ। ਤੇ ਗੁਰਮੁਖੋ ਚੇਤੇ ਰੱਖਿਓ, ਜੇ 50 ਬੰਦੇ ਇਕੱਠੇ ਹੋ ਕੇ ਰੱਜ ਕੇ ਰੋਜ਼ ਨਿੰਦਿਆ ਕਰਨ, ਉਹ ਆਪਣੀ ਜ਼ਿੰਦਗੀ ਵਿੱਚ ਉਸ ਨਿੰਦਿਆ ਦਾ ਪ੍ਰਭਾਵ ਵੀ ਨਹੀਂ ਕਬੂਲਦਾ। ਮੇਰੀ ਫਿਰ ਅਰਜ਼ ਹੈ ਜੀ ਕਿ ਕਿਸੇ ਦੇ ਝੱਖ ਮਾਰਨ ਨਾਲ ਕੁਝ ਨਹੀਂ ਹੋਣਾ, ਜੋ ਪਰਮਾਤਮਾ ਕਰਨਗੇ। 2 ਵਚਨ ਅਸੀਂ ਬਾਣੀ 'ਚ ਹੋਰ ਲਵਾਂਗੇ ਜੀ। ਦੇਖੋ ਸਤਿਗੁਰੂ ਗੁਰੂ ਅਰਜੁਨ ਦੇਵ, ਰਾਤ ਮੈਂ ਕਿਹਾ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਇੱਕ ਦਾਦਾ ਤੇ ਦੂਸਰੇ ਪੋਤੇ ਨੇ। ਗੁਰੂ ਅਰਜੁਨ ਦੇਵ ਜੀ ਦਾਦੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਪੋਤੇ ਨੇ। ਫਿਰ ਦੇਖੋ ਕੈਸਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਗੁਰੂ ਅਰਜੁਨ ਦੇਵ ਜੀ ਸ਼ਹੀਦ ਹੁੰਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੁੰਦੇ ਆ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਰਿਹਾ ਜਹਾਂਗੀਰ ਮੁਰਤਜ਼ਾ ਖਾਂ, ਤੇ ਚੰਦੂ ਦਾ ਬਹੁਤ ਵੱਡਾ ਜੋਸ਼ ਵਿੱਚ। ਕਈ ਵਾਰੀ ਆਪਾਂ ਇਗਨੋਰ ਕਰ ਦਿੰਦੇ ਹਾਂ। ਸਤਿਗੁਰੂ ਬੇਇਨਸਾਫੀ ਨਹੀਂ ਕਰਦੇ। ਸਤਿਗੁਰੂ ਦੇ ਹੱਥ ਵਿੱਚ ਤਕੜੀ ਜਿਹੜੀ ਹੈ ਉਹ ਇਨਸਾਫ ਦੀ ਹੈ। ਜੇ ਚੰਦੂ ਦਾ ਬਹੁਤ ਵੱਡਾ ਦੋਸ਼ ਸੀ ਤੇ ਤਾਂ ਹੀ ਉਹਦੇ ਨੱਕ ਦੇ ਵਿੱਚ ਨਕੇਲ ਪਾਈ ਗਈ ਸੀ। ਸਤਿਗੁਰੂ ਗੁਰੂ ਅਰਜੁਨ ਦੇਵ ਤੇ ਗੁਰੂ ਤੇਗ ਬਹਾਦਰ ਸਾਹਿਬ। ਤੇ ਇੱਕ ਮੇਰੀ ਇੱਛਾ ਹੈ, ਕਿਉਂਕਿ ਇਹਦੀ ਵਿਆਖਿਆ ਕਰ ਲਈ, ਜੋ ਕਰਤੇ ਪੁਰਖ ਨੇ ਕਰਨਾ ਹੈ ਹੋਣਾ ਉਹ ਕੁਛ ਹੈ। ਕਿਸੇ ਦੇ ਝੱਖ ਮਾਰਿਆ ਕੁਛ ਨਹੀਂ ਹੋਣਾ। ਤੇ ਕਰਤਾ ਪੁਰਖ ਜਦੋਂ ਬਖਸ਼ਿਸ਼ ਕਰਨ ਤੇ ਆਵੇ ਪਿਆਰਿਓ, ਜਿੰਨੀਆਂ ਮਰਜ਼ੀ ਕੋਈ ਮਾਲਾ ਘੁਮਾ ਕੇ ਕਿਸੇ ਦਾ ਬੁਰਾ ਸੋਚੀਦਾ, ਕਦੀ ਹੋਣਾ ਕੋਈ ਨਹੀਂ ਜੇ ਰੱਬ ਮਿਹਰ ਕਰਦਾ ਹੈ ਤਾਂ। 2 ਵਚਨ, ਇੱਕ ਸੁਖਮਨੀ ਸਾਹਿਬ ਵਿੱਚੋਂ, ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ, ਤੇ ਇੱਕ ਵਚਨ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਝਾ ਕਰਨਾ ਚਾਹੁੰਦਾ। ਪਰ ਮੈਂ ਸ਼ਲੋਕ ਦੇ ਅਰਥ ਇਹ ਕਰ ਰਿਹਾ, ਇਹ ਵਿਆਖਿਆ ਕਰ ਰਿਹਾ ਜੀ, ਕਿਸੇ ਦੇ ਫਜ਼ੂਲ ਬੋਲਿਆ ਕੁਛ ਨਹੀਂ ਹੋਣਾ, ਕੁਛ ਨਹੀਂ ਵਿਗੜਨਾ ਪਿਆਰਿਓ। ਜਿਹਦੇ ਉੱਤੇ ਕਰਤਾ ਪੁਰਖ ਵਾਹਿਗੁਰੂ ਆਪਣਾ ਹੱਥ ਰੱਖ ਰਿਹਾ ਨਾ, ਕਿਸੇ ਬੰਦੇ ਦੇ ਬੋਲ ਉਹਦਾ ਕੀ ਵਿਗਾੜ ਸਕਦੇ ਆ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦਾ ਇੱਕ ਪਦਾ ਕਿ ਪ੍ਰਭ ਕੀ ਆਗਿਆ ਆਤਮ ਹੀ ਧਾਵੈ। ਜੋ ਕੁਝ ਕਰ ਰਿਹਾ ਇਹ ਰਾਮ ਕਸੌਟੀ 'ਚ ਵੀ ਆਵੇਗਾ। ਇਹ ਸ਼ਬਦ ਹੈ ਹਿਤਾਵੈ। ਹਿਤ ਦਾ ਅਰਥ ਹੁੰਦਾ ਪਿਆਰ, ਕਿ ਪਰਮੇਸ਼ਵਰ ਦੀ ਆਗਿਆ ਨੂੰ ਆਪਣੇ ਅੰਦਰੋਂ ਪਿਆਰ ਕਰਨਾ। ਇਹ ਪ੍ਰਭ ਕੀ ਆਗਿਆ ਆਤਮ ਹਿਤਾਵੈ। ਇਹ ਕਿਉਂ ਕਹਿ ਦਿੱਤਾ ਆਤਮ?
कई बारी असी लोक लाज के डर दे मारे कोई घटना वापर जाती है उत्तों खुश होकर कहना नहीं जो परमात्मा की रजा जो परमेश्वर नूं भाउंदा है, पर अंदर वाला जिहड़ा आत्म है ना वो नकम्मा कला बैठ के ना उलामे देने शुरू कर दिंदा है भी होया तां मेरे नाल माड़ा ही है ना, किसी नूं बोलदा नहीं क्योंकि उहदी समाज भी थाक है। वो अंदर खाते उलामे दिंदा है ते जबान तो वो कहंदा नहीं भला होया। धन गुरु पंचम पातशाह कहंदे नहीं जेड़ा परमात्मा की आग्या नूं अपने आत्म तो प्यार करे असल विच वो जीवन मुक्ते। उन्होंने भगत कबीर साहब जी ने अज शब्द मरजीवा वरत्या, प्रभ की आग्या आत्म हितावै जीवन मुक्त सो कहावै तैसा हरख तैसा उस सोग। याद रखो राम कसौटी है, बहुत मुश्किल है इस अंदर नूं टिकाना, बहुत मुश्किल जे गल्लां करनियां। सब तो सौखा है दुनिया विच मैक पकड़ के लोकां नूं समझाना, सब तो औखा है बोले होए नूं अपनी जिंदगी च इकल्लियां कमाना, सब तो औखा है। अज दुनिया विच जिहड़ा सब तो ज़्यादा वंडिया जांदा है, अन्न नहीं वंडिया जांदा। चेते रखियो सिखो लंगर भी नहीं ना वंडिया जांदा, कुछ नहीं वंडिया जांदा। दुनिया विच सब तो वध अज चाहे सोशल मीडिया है चाहे स्टेजा ने बस दूजे नूं उपदेश ही वंडिया जाता है, आ कर लो आ कर लो। तो सब तो घट जिहड़ा कमाया जाता है जो कुछ वंडिया जाता वो कमाया नहीं जा रहा। सतगुरां ने उत्थे शब्द वरत्या आत्म हिताव है, प्रभ की आग्या आत्म हिताव है जीवन मुक्त सो कहावै तैसा हरख तैसा उस सोग। हरख दा अर्थ है खुशी ते सोग दा अर्थ है गमी। उहदे वास्ते खुशी की खबर ते ओदे वास्ते गमी की खबर इको जी। तैसा हरक तैसा उस सोग सदा आनंद ते नाहीं वियोग। वाहिगुरू जी क्योंकि महाराज दा अगां शहीदी दिहाड़ा भी होना है तो मैं हर एक नूं कहना कि उम्र ढलदी नूं देख के ना तर्कां छड्ड के बाणी वध पढ़नी चाहिए है। सुखमनी साहब जरूर करिया करिए, जे सारे दिन च नहीं हो सकता 4 अष्टपदियाँ कर लो 6 अष्टपदियाँ कर लो। मैं बेनती करना हुन्ना इत्थे सतगुरु कह रहे हैं तैसा हरक तैसा उस सोग सदा आनंद तै ना ही विजोग। वो सदा आनंद विच है। तो आप जी दी चरना च बेनती है जी, हरक दा लफ्जी विपरीत आ गया सोग, इस सारे विपरीत चलणगे। जे मान है उहदा विपरीत अपमान है, जे जन्म है उहदा विपरीत मरण है, जे सुख है उहदा विपरीत दुख है, जे लाभ है उहदा विपरीत घाटा है। देखो गुरु ग्रंथ साहिब च इत्थे किन्ने कमाल दा शब्द है कि आनंद, बाकी हर अवस्था दा विपरीत है जी। हरख दा सोग, सुख दा दुख, मान दा अपमान, उस्तत दा निंदिया, जन्म दा मरण, भोग दा रोग। पर गुरमुखो आनंद शब्द गुरुदेव ने बाणी चो वरत्या जिहदा विपरीत शब्द कोई है ही नहीं। आनंद अपने आप विच मुकम्मल है जी। आनंद वो शिखर है जिन्हों कोई पो नहीं सकता। इत्थे सतगुरु कह रहे हैं उहदे लई खरक ते उहदे लई सोग क्यों बराबर ने, क्योंकि उहदे धुर अंतर आत्मे आनंद है ते जिथे आनंद होवे उत्थे विजोग नहीं। प्रभ की आग्या आत्म हिताव है जीवन मुक्त सो कहावै तैसा हरक तैसा उस सोग सदा आनंद तै नाहीं विजोग। तैसा स्वर्ण सोना तैसी उस माटी तैसा अमृत तैसी बेखाटी। ओहो जा अमृत ओहो जा जहर, तैसा स्वर्ण तैसी उस माटी तैसा अमृत तैसी बेखाटी। तैसा मान तैसा अभिमान तैसा रंक तैसा राजान। ते महाराज कहंदे आ भाई सिखो एक है पूर्ण पुरख, एक है वो गुरमुख प्यारा जिहड़ा रज़ा नूं स्वीकार करदा है। जो वरताए साई जुगत नानक ओ पुरख कहीए जीवन मुक्त। जिहड़ा जीवन मुक्त है वही कसौटी दे विच निकलदा है। महाराज गुरु अर्जन साहिब जी ने यह कहा उन्हां तो जदों उन्हां ने रचना की उंज गुरु तेग बहादुर साहिब जी का आगमन पिछले दिन निकलिया जी। गुरु अर्जुन देव जी की शहादत तो 15 साल बाद गुरु तेग बहादुर साहिब का आगमन हुंदा है। गुरु अर्जुन देव जी की शहादत तो तकरीबन 69 साल बाद मैं शब्द वरतांगा सतगुरु गुरु तेग बहादुर साहिब शहादत का जाम पींदे हैं। गुरु अर्जुन देव जी वो बाणी का संपादन करके प्रकाश करते हैं।
ਗੁਰਮੰਦਰ ਸਾਹਿਬ ਵਿੱਚ ਉਹਨਾਂ ਦੇ ਇਸ ਕਿਰਪਾ ਭਰੇ ਬਖਸ਼ਿਸ਼ ਭਰੇ ਕਾਰਜ ਤੋਂ 60 ਸਾਲ ਬਾਅਦ, ਅਰ ਸੁਣਿਓ 60 ਸਾਲ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਰਸਨਾ ਤੋਂ ਬਾਣੀ ਉਚਾਰਨ ਕਰਦੇ। ਤਾਂ ਕਿਹਾ ਜੀ ਦਾਦੇ ਤੇ ਪੋਤੇ ਦਾ ਸੁਮੇਲ। ਗੁਰੂ ਅਰਜਨ ਦੇਵ ਲਾਹੌਰ ਸ਼ਹੀਦ ਹੁੰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਸ਼ਹੀਦ ਹੁੰਦੇ ਆ। ਹੁਣ ਗੁਰੂ ਅਰਜਨ ਦੇਵ ਜੀ ਦਾ ਇਹ ਪਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੋਲਠ ਰਾਗ ਦਾ ਸ਼ਬਦ ਤੇ 3 ਸ਼ਲੋਕ ਇਕੱਠੇ ਕਰਕੇ ਦੇਖੀਏ। ਇਹ ਹੈ ਰਾਮ ਕਸੌਟੀ। ਮਹਾਰਾਜ ਜੀ ਦਾ ਇਹ ਸ਼ਬਦ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਵਾਹਿਗੁਰੂ ਇਹ ਨਹੀਂ ਕਿਹਾ ਦੁੱਖ ਨਹੀਂ ਆਉਂਦਾ, ਸੱਚ ਹੈ। ਜਦੋਂ ਕਿਉਂਕਿ ਸਾਡੀ ਤਿਆਰੀ ਇਸ ਤਰ੍ਹਾਂ ਕਰਾਈ ਗਈ ਹੈ ਕਿ ਜਨਮ ਹੀ ਹੈ ਮੌਤ ਕੋਈ ਨਹੀਂ, ਜੈ ਜੈਕਾਰ ਹੀ ਹੈ ਬੇਇੱਜ਼ਤੀ ਕੋਈ ਨਹੀਂ, ਕਿਉਂਕਿ ਮਾਈਂਡ ਉੱਥੇ ਸੈੱਟ ਹੋ ਚੁੱਕਾ। ਅਸਾਂ ਵੀ ਕਰ ਦਿੱਤਾ ਸੈੱਟ ਵੀ ਗੁਰੂ ਸਾਹਿਬ ਤੋਂ ਜੋ ਮੰਗੀਏ ਮਿਲਦਾ, ਤੈਨੂੰ ਸੁੱਖ ਮਿਲੇਗਾ, ਤੈਨੂੰ ਆਹ ਮਿਲੇਗਾ। ਕਦੀ ਕਿਸੇ ਨੇ ਕਿਹਾ ਕਿ ਸੁੱਖ ਮਿਲਿਆ, ਕੱਲ ਨੂੰ ਦੁੱਖ ਦਾ ਪਹਾੜ ਟੁੱਟੇਗਾ, ਗੁਰੂ ਉਹਦੇ ਵਿੱਚੋਂ ਹੱਥ ਦੇ ਕੇ ਬਚਾਉਂਦਾ ਹੈ। ਇਸ ਕਰਕੇ ਬੰਦੇ ਅਕਸਰ ਧਰਮ ਤੋਂ ਬਾਗੀ ਹੋ ਕੇ ਉਲਾਮੇ ਦੇਣ ਲੱਗ ਪੈਂਦੇ ਆ, ਕਿਉਂਕਿ ਉਹਨਾਂ ਦਾ ਮਾਈਂਡ ਹੀ ਸੈੱਟ ਇੱਥੇ ਕਰ ਦਿੱਤਾ ਗਿਆ ਵੀ ਤੈਨੂੰ ਸੁੱਖ ਹੀ ਸੁੱਖ ਮਿਲਣਾ, ਵਧਾਈਆਂ ਹੀ ਵਧਾਈਆਂ ਮਿਲਣੀਆਂ ਨੇ, ਤੈਨੂੰ ਕਦੀ ਮੌਤ ਨਹੀਂ ਆਉਣੀ, ਤੇਰੇ ਘਰ 'ਚ ਕੁਝ ਨਹੀਂ ਵਾਪਰਨਾ। ਨਹੀਂ, ਮਹਾਰਾਜ ਕਹਿੰਦੇ ਨਾ, ਇੱਥੇ ਨਹੀਂ ਕਿਹਾ ਵੀ ਦੁੱਖ ਨਹੀਂ ਆਏਗਾ, ਕਹਿੰਦੇ ਦੁੱਖ ਆਵੇ ਪਰ ਉਸ ਦੁੱਖ ਨੂੰ ਦੁੱਖ ਦੇ ਰੂਪ 'ਚ ਨਾ ਮੰਨੇ। ਫਿਰ ਅਰਸ਼ਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਦੁੱਖ ਆਇਆ, ਦੁੱਖ ਨੂੰ ਦੁੱਖ ਦੇ ਰੂਪ ਸਵੀਕਾਰ ਨਹੀਂ ਕੀਤਾ। ਕਿਸ ਰੂਪ ਸਵੀਕਾਰ ਕੀਤਾ? ਕਹਿਣ ਲੱਗੇ ਦੁੱਖ ਆਇਆ, ਇਹ ਮੇਰੇ ਵਾਸਤੇ ਦਵਾਈ ਬਣ ਕੇ ਆਇਆ ਹੈ। ਇਸ ਦੁੱਖ ਦੀ ਦਵਾਈ ਨੂੰ ਜੇ ਮੈਂ ਖਾ ਗਿਆ, ਇਦੋਂ ਬਾਅਦ ਜਿਹੜਾ ਰੱਬ ਨੇ ਸੁੱਖ ਦੇਣਾ ਦੁਨੀਆ ਦੀ ਕੋਈ ਤਾਕਤ ਖੋ ਨਹੀਂ ਸਕਦੀ। ਮਹਾਰਾਜ ਦਾ ਬਚਨ ਹੈ ਦੁੱਖ ਦਾਰੂ ਸੁੱਖ ਰੋਗ ਪਿਆ। ਇਹ ਤੁਕ ਦੇ ਅਰਥ ਦੁੱਖ ਦਾਰੂ ਸਿਰਫ ਬੇਟੇ ਉਹੀ ਸ਼ਬਦ ਰਹੇ, ਸ਼ਲੋਕ ਲੱਗਾ ਰਹਿੰਦੇ ਜੋ ਚੱਲਦਾ ਪਿਆ। ਪਲੀਜ਼ ਰਾਮ ਕਸੌਟੀ ਵਾਲਾ ਅਰਜ ਹੈ। ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਅੱਗੇ ਜਾਂ ਸੁੱਖ ਤਾਮ ਨਾ ਹੋਈ, ਦੁੱਖ ਦਾਰੂ ਹੈ, ਸੁੱਖ ਰੋਗ ਹੈ, ਤੇ ਫਿਰ ਅੱਗੇ ਫਿਰ ਕਹਿ ਦਿੱਤਾ ਸੁੱਖ ਜਾਂ ਸੁੱਖ ਤਾਮ ਨਾ ਹੋਈ। ਜਿੰਨੇ ਕੋ ਅਰਥਾਂ ਦੀ ਸਮਝੇ, ਦੁੱਖ ਦਵਾਈ ਬਣ ਜਾਂਦਾ ਹੈ, ਸੁੱਖ ਬਿਮਾਰੀ ਲੈ ਕੇ ਆਉਂਦਾ ਹੈ, ਸੁੱਖ ਰੱਬ ਭੁਲਾਉਂਦਾ। ਯਾਦ ਰੱਖਿਓ, ਸੁੱਖ ਪਰਮਾਤਮਾ ਤੋਂ ਦੂਰੀ ਬਣਾ ਦਿੰਦਾ ਜੇ ਬੰਦਗੀ ਨਹੀਂ ਕਰਦਾ। ਦੁੱਖ ਪਰਮਾਤਮਾ ਨੇੜੇ ਲੈ ਕੇ ਜਾਂਦਾ ਹੈ। ਦੁੱਖ ਲਾਗੇ ਰਾਮ ਪੁਕਾਰਾ ਹੈ। ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਜਾ ਸੁੱਖ ਜਦੋਂ ਉਸ ਦੁੱਖ ਦੇ ਵਿੱਚ ਬੰਦਗੀ ਕਰਕੇ ਆਤਮਾ ਨੂੰ ਸੁੱਖ ਮਿਲਿਆ, ਚੇਤੇ ਰੱਖੀ ਉਦੋਂ ਬਾਅਦ ਫਿਰ ਤੈਨੂੰ ਕਦੀ ਦੁੱਖ ਨਹੀਂ ਵਿਆਪ ਸਕਦਾ। ਇਹ 2 ਸ਼ਬਦ ਨੇ ਸੁੱਖ ਦੇ, ਮੈਂ 2 ਅਰਥ ਕੀਤੇ ਨੇ, ਫਿਰ ਸੁਣਿਓ। ਦੁੱਖ ਦਾਰੂ ਸੁੱਖ ਰੋਗ ਪਿਆ, ਇਹ ਉਹ ਸੁੱਖ ਹੈ ਜਿਹੜਾ ਕਰਤਾਰ ਨੂੰ ਭੁੱਲ ਕੇ ਬਿਮਾਰੀ ਬਣ ਗਿਆ। ਤੇ ਦੂਜਾ ਮੈਂ ਅਰਥ ਕਰ ਰਿਹਾ ਜਾਂ ਸੁੱਖ ਉਹ ਸੁੱਖ ਜਿਹੜਾ ਦੁੱਖ ਵਿੱਚ ਬੰਦਗੀ ਕਰਕੇ ਆਤਮਾ ਨੂੰ ਸਕੂਨ ਮਿਲਿਆ। ਜਿੱਦਣ ਪਿਆਰਿਓ ਉਹ ਸੁੱਖ ਆ ਗਿਆ ਨਾ, ਉਦਣ ਫਿਰ ਦੁੱਖ ਕਦੀ ਪੋਇ ਨਹੀਂ ਸਕਦੇ। ਇਹਦਾ ਮਤਲਬ ਹੈ ਕਿ ਦੁੱਖ ਆਉਂਦਾ ਨਹੀਂ। ਇੱਥੇ ਸਤਿਗੁਰਾਂ ਨੇ ਦੇਖੋ ਸ਼ਬਦ ਵਰਤਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਸੁੱਖ ਸਨੇਹ, ਇਹ ਇਕੱਠਾ ਪਾਠ ਕਰਾਂਗੇ ਔਰ ਸੌਖੇ ਹੋ ਜਾਣਗੇ। ਸਨੇਹ ਦਾ ਅਰਥ ਹੈ ਪਿਆਰ। ਜਿਹੜਾ ਸੁੱਖ ਨੂੰ ਸਨੇਹ ਨਾ ਕਰੇ, ਸੁੱਖ ਨੂੰ ਹਿੱਤ ਨਾ ਕਰੇ ਕਿ ਜਿਹੜਾ ਅੱਜ ਮੇਰੇ ਕੋਲ ਸੁੱਖ ਹੈ ਸਦਾ ਹੀ ਰਹਿਣਾ। ਮਹਾਰਾਜ ਕਹਿੰਦੇ ਸੁੱਖ ਨੂੰ ਪਕੜੇ ਨਾ ਤੇ ਦੁੱਖ ਤੋਂ ਇਨਕਾਰੀ ਨਾ ਹੋਵੇ। ਇਹ ਹੈ ਜਿਹੜਾ ਰਾਮ ਕਸੌਟੀ ਸਹਿ ਸਕਦਾ ਹੈ। ਇਹ ਹੈ ਜਿਹੜਾ ਕਰਤੇ ਪੁਰਖ ਦੀ ਰਾਹ ਚੱਲਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ। ਸੁੱਖ ਨਾਲ ਮੁਹੱਬਤ ਨਹੀਂ, ਕਿਸੇ ਤਰ੍ਹਾਂ ਦਾ ਭੈ ਵੀ ਨਹੀਂ। ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ। ਜਿਹਨੂੰ ਸਤਿਗੁਰੂ ਗੁਰੂ ਅਰਜਨ ਦੇਵ ਨੇ ਕਿਹਾ ਤੈਸਾ ਸਵਰਨ ਤੈਸੀ ਉਸ ਮਾਟੀ। ਕੰਚਨ ਮਾਟੀ ਮਾਨੈ ਨਾ ਨਿੰਦਿਆ ਨਾ ਉਸਤਤ ਜਾਂਕੈ। ਨਾ ਨਿੰਦਿਆ ਤੇ ਨਾ ਉਸਤਤ, ਦੋਨੋਂ ਚੀਜ਼ਾਂ ਪ੍ਰਭਾਵ ਨਹੀਂ ਪਾਉਂਦੀਆਂ। ਨਾ ਨਿੰਦਿਆ ਨਾ ਉਸਤਤ ਜਾਂਕੈ। ਲੋਭ ਮੋਹ ਅਭਿਮਾਨਾ, ਲਾਲਚ ਮੋਹ ਤੇ ਹੰਕਾਰ। ਹਰ ਇੱਕ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਪਿਆਰਿਓ ਜੇ ਸੱਚ ਪੁੱਛਣ ਵਿੱਚ ਉਹ ਗ੍ਰੰਥ ਦਾ ਨਾਂ ਨਹੀਂ ਲੈਣਾ, ਐਡਾ ਵੱਡਾ ਵਿਸਤਾਰ ਹੈ ਉਸ ਗ੍ਰੰਥ ਦਾ ਪੂਰਬ ਦੇ ਵਿੱਚ। ਜੇ ਸੱਚ ਪੁੱਛੋ ਉਹਦਾ ਸਾਰਾ ਨਿਚੋੜ ਕੱਢ ਦਿਆ ਨਾ ਜੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ। ਕਿਉਂਕਿ ਅਸੀਂ ਅਕਸਰ ਤੌਰ 'ਤੇ ਕਹਿੰਦੇ ਨੇ ਜੇ ਹੁਕਮਨਾਮਾ ਆ ਜਾਏ ਜੀ ਇਹ ਤਾਂ ਫਿਰ ਗਮਗੀਨੀ ਵਾਲਾ ਆ ਗਿਆ ਜੀ, ਇਹ ਮੈਂ ਸੁਣਿਆ ਕਿ ਇਹ ਤਾਂ ਮੌਤ ਵਾਲਾ ਆ ਗਿਆ। ਨਹੀਂ ਪਿਆਰਿਓ, ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ।
ये पूर्ण पुरख की अवस्था है, ये गुरु जी के खालसे की अवस्था है, ये बंदगी करने वाले गुरमुख का जीवन है। ये नैगेटिव ना ये अर्थ लैके जाइए। महाराज कहते न निंदिया न उस्तत जांकै लो मोह अभिमाना, हरक सोगते रहे न्यारो नाहे मान अपमाना, आसा मनसा सगल त्यागै जगते रहे निराशा, काम क्रोध जह परसै नाहिन, जिदे अंदर नू काम क्रोध दा फुरना बिल्कुल परसे भी ना, टच भी ना करे, काम क्रोध जह परसै नाहिन, ते घट ब्रह्म निवासा। महाराज ये अवस्था किवें हुंदी? कहंदे ने अपनी कमाई नाल नहीं, गुर किरपा जे नर को कीनी, ते ये जुगत पछानी, नानक लीन भयो गोबिंद स्यों ज्यों पानी संग पानी। जिउंदे जी अभेद हो गया जी उहदे च, ज्यों पानी संग पानी। फिर अर्ज है हुण इन्हां सारियां शब्दां नूं देखो, गल्लां उही वार वार बाणी च आउणीआं। जे गुरु अर्जुन साहिब दा पता लिया, ਉਹਦੀ व्याख्या गुरु अर्जुन देव गुरु तेग बहादुर साहब कर रहे। गुरु तेग बहादुर साहब जी दे इस सारे शब्द नूं दोबारा फिर गुरुदेव सलोकां च कह रहे, उत्थे नाल नाल फिर अवस्था दस दित्ती। इत्थे सिर्फ शब्द वरते है, नानक लीन भयो गोबिंद स्यों ज्यों पानी संग पानी। उत्थे 4 श्लोक ने जी। सुख दुख जय परसै नहीं, लोभ मोह अभिमान, कहो नानक सुन रे मना, सो मूर्त भगवान। वाहिगुरू जी परमात्मा की मूर्त है, वो परमेश्वर वर्गा है, जिन्हों दुख ते सुख व्यापदा नहीं। सुख दुख जय परसै नहीं, लोभ मोह अभिमान, कहो नानक सुन रे मना, सो मूर्त भगवान। उस्तत निंदिया नाहे जे कंचन लो समान, कहो नानक सुन रे मना, मुक ताहि तै जान। हरक सोग जाकै नहीं, बैरी मीत समान, कहो नानक सुन रे मना, मुक ताहि तै जान। आ 3 श्लोकां तो बाद ना, क्योंकि असीं ज्ञानी की परिभाषा दे देने ना, साडी नज़र च जिहड़ा बहुत गल्लां करदा है, चलो साडे वास्ते भी शब्द वरते आ। नहीं प्यारिओ, किताबां पढ़ के हर बंदा ज्ञानी बन जाता है। साडे भारत विच तां ज्ञानी पास कराई जाती यूनीवर्सिटी च, पर गुरु तेग बहादुर साहब का ज्ञानी कोई करोड़ां विचों एक अद्धा बनता है। महाराज ने 3 श्लोकां तो बाद कहा, भै काहू को देत ने, न भय मानत आन, कहो नानक सुन रे मना ज्ञानी, ताहे बखान। मैं अर्ज की जी, ये दोवें जिहड़े शब्द ने क्यों चुने गए अज, कि फालतू ना बोल, जो करता पुरख वाहिगुरू करदा पिया उन्होंने स्वीकार कर लै। ये इस करके ने इन्हां दोनों शब्दों के उच्चारण करता धन गुरु अर्जुन देव ते धन गुरु तेग बहादुर साहब जी दे अमली जीवन च सब कुछ वापरिया है। सब कुछ वापरिया, परिवार तो शुरू होया। गुरु अर्जुन देव जी का विरोध सक्के भरा पिरथी चंद जी ने किया है। गुरु अर्जुन देव जी के सपुत्र गुरु हरगोबिंद साहब ते 3 खूनी वार सक्के भरा ने कराए ने। तो याद रखियो, गुरु तेग बहादुर साहब जिदन प्रगट होया, उस दिन सब तो पहली गोली जी भतीजे ने चलवाई है। बाबा धीरमल जी शीम संद नूं कह के, चलो उन्हें चाहे इशारा किया, दोनों सतगुरु साहिबान शहादत का जाम पीता। इस तो अगली बेनती मैं जी कर लगा, सतगुरु गुरु गोबिंद सिंह साहब सच्चे पातशाह महाराज, चलो इस विचार विच मैं अर्थ लै लिया जी, कि फालतू बोलियां किसी दी मन नहीं जानी, जो करते पुरख ने करना होना वो कुछ ही है, उन्होंने स्वीकार कर लीए, शुकराने च लै जाइए। सतगुरु गुरु गोबिंद सिंह महाराज माछीवाड़ा साहब चरण कमल जिथे अस्थान है जी, जो असी साहब शब्द तां वरत देने, उत्थे सतगुरां दे मुबारक चरण पे। आप हर साल कथा उस स्थान तो जिहड़े जुड़े कोई सहज पाठ कर दिओ ते जरूर करिया करो। साल विच एक पाठ हो तो आप सब नूं पता है, ज्योति स्वरूप तो रखीदा, इत्थे बैठे भी तुसीं कर सकदे हो। असी संसार वास्ते बहुत कुछ करने आ, जे शहीदां नूं याद करांगे उन्हां दी अडोलता साडी सुरत नूं कायम करदी है। उन्हां नूं याद कीतिआं वाहिगुरू चेते आउंदा है। ते अरदास विच रोज़ ये शब्द ने, गुरुद्वारियां दी सेवा लई कुर्बानियां कीतियां, धर्म नहीं हारिया, सिੱਖੀ केसां सुआसां नाल निभाई, तिन्हां दी कमाई दा ध्यान धर के खालसा जी बोलो जी। शहीदां दी याद वाहिगुरू चेते करांदी है। शहीदां दी याद
ਕਮਾਈਆਂ ਚਿੱਤੇ ਕਰਾਉਂਦੀ ਹੈ। ਸਤਿਗੁਰੂ ਜੀ ਮਾਛੀਵਾੜੇ ਗਏ, ਜਿਨ੍ਹਾਂ ਨੇ ਦਰਸ਼ਨ ਕੀਤੇ ਆ, ਇਕੱਲੇ ਨੇ ਹਜ਼ੂਰ। ਕਮਰ ਕੱਸੇ ਦੇ ਉੱਤੇ ਸਿਰਫ ਇੱਕ ਬਰੀਕ ਜਿਹਾ ਦੁਪੱਟਾ ਹੈ, ਜਿਵੇਂ ਚੁੰਨੀ ਹੁੰਦੀ। ਸਤਿਗੁਰੂ ਪਹਿਲਾਂ ਆਪ ਚੱਲ ਕੇ ਖੂਹ 'ਤੇ ਗਿਆ, ਪਹਿਲਾਂ ਜੰਡ ਥੱਲੇ ਨਹੀਂ ਗਏ, ਕਿਉਂਕਿ ਟਿੰਡ ਖੂਹ ਤੋਂ ਖੋਲ ਕੇ ਲਿਆਇਆ ਮਹਾਰਾਜ। ਅਸੀਂ ਕਹਿੰਦੇ ਟਿੰਡ ਦਾ ਸਰਾਣਾ ਕੀਤਾ, ਟਿੰਡ ਜੰਡ ਥੱਲੇ ਨਹੀਂ ਪਈ। ਸਤਿਗੁਰੂ ਖੂਹ 'ਤੇ ਜਾਂਦੇ ਆ, ਟਿੰਡ 'ਚ ਪਾਣੀ ਸੀ, ਉਸ ਟਿੰਡ ਨੂੰ ਖੋਲ੍ਹਦੇ ਆ, ਟਿੰਡ ਦਾ ਜਲ ਪੀਂਦੇ ਨੇ। ਮੈਂ ਆਵਾਂਗਾ ਸ਼ਬਦ 'ਤੇ, ਗੱਲਾਂ ਕਰਨੀਆਂ ਸੌਖੀਆਂ ਨੇ। ਰਾਮ ਕਸੌਟੀ ਜਿਹੜਾ ਸਹਿਜ ਹੈ ਨਾ, ਉਹਦੇ ਵਰਗਾ ਕੋਈ ਨਹੀਂ। ਟਿੰਡ ਨੂੰ ਖੋਲ੍ਹ ਕੇ ਜਲ ਪੀਤਾ। ਇੱਕ ਪਾਸੇ ਪਿੱਛੇ ਬਾਗ ਸੀ, ਬਾਗ ਦੇ ਨਾਲ ਬਿਲਕੁਲ ਜੰਗਲ ਸੀ, ਜਿੱਥੇ ਜੰਡ ਹੈ, ਜਿੱਥੇ ਹਜ਼ੂਰ ਨੇ ਆਰਾਮ ਕੀਤਾ, ਉਹ ਅਸਲ 'ਚ ਜੰਗਲ ਸ਼ੁਰੂ ਹੁੰਦਾ ਸੀ। ਉੱਥੋਂ ਥੋੜ੍ਹਾ ਜਿਹਾ ਅੱਗੇ ਮਹਾਰਾਜ ਜੀ ਨੇ ਟਿੰਡ ਦਾ ਸਰਾਣਾ ਕੀਤਾ, ਤੇ ਸਤਿਗੁਰਾਂ ਨੇ ਸ੍ਰੀ ਸਾਹਿਬ ਨੰਗੀ ਸੀ ਜੀ, ਸੀਨੇ ਦੇ ਨਾਲ ਸੀ, ਪਰ ਸਤਿਗੁਰਾਂ ਦੇ ਸੱਜੇ ਹੱਥ ਦੇ ਅੰਗੂਠੇ ਵਿੱਚ ਆਨੰਦਪੁਰ ਸਾਹਿਬ ਤੋਂ ਲੈ ਕੇ ਮਾਛੀਵਾੜੇ ਤੱਕ ਇੱਕ ਬਹੁਤ ਸੋਹਣਾ, ਇਹ ਅੱਜ ਦੀ ਸ਼ਬਦਾਵਲੀ 'ਚ ਛੱਲਾ ਸ਼ਬਦ ਵਰਤ ਲਵਾਂ, ਉਹਨੂੰ ਗੁਲਸ਼ਤਰਾਨ ਕਹਿੰਦੇ ਆ। ਗੁਲਸ਼ਤਰਾਨ ਮਤਲਬ ਕਿ ਜਿਹੜਾ ਅੰਗੂਠੇ 'ਤੇ ਪਾਇਆ ਜਾਂਦਾ, ਜਦੋਂ ਤੀਰ ਖਿੱਚੇ ਜਾਂਦੇ ਆ, ਤੇ ਤੀਰ ਦਾ ਜਿਹੜਾ ਪਿਛਲਾ ਪਾਸਾ ਹੈ ਉਹ ਅੰਗੂਠੇ ਦੀ ਚਮੜੀ ਨੂੰ ਕੱਟੇ ਨਾ, ਜ਼ਖਮ ਨਾ ਬਣੇ। ਤੇ ਮਹਾਰਾਜ ਸੱਜੇ ਹੱਥ 'ਚ ਵੀ ਪਾਉਂਦੇ ਸਨ। ਤੇ ਮੈਂ ਇੱਕ ਦਿਨ ਬੇਨਤੀ ਕੀਤੀ, ਸਤਿਗੁਰਾਂ ਨੇ ਆਪਣੀ ਰਚਨਾ ਬਚਿੱਤਰ ਨਾਟਕ 'ਚ ਜਦੋਂ ਨਦੌਣ ਦੀ ਜੰਗ ਦਾ ਜ਼ਿਕਰ ਕੀਤਾ, ਤੇ ਉਹਦੇ ਵਿੱਚ ਸਤਿਗੁਰਾਂ ਨੇ ਕਿਹਾ, ਜਿੰਨਾ ਤੀਰ ਦੀ ਖਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸੱਜੇ ਹੱਥ ਦੀ ਸੀ ਨਾ, ਉਨੀ ਖੱਬੇ ਹੱਥ ਦੀ ਸੀ। ਉੱਥੇ ਜ਼ਿਕਰ ਕੀਤਾ ਮਹਾਰਾਜ ਕਹਿੰਦੇ 4 ਤੀਰ ਅਸੀਂ ਸੱਜੇ ਹੱਥ ਨਾਲ ਚਲਾਏ, ਤੇ 3 ਤੀਰ ਅਸੀਂ ਖੱਬੇ ਹੱਥ ਨਾਲ ਚਲਾਏ। ਦੋਨਾਂ ਤੀਰਾਂ ਦੀ ਜਿਹੜੀ ਰਫ਼ਤਾਰ ਸੀ ਉਹ ਘੱਟ ਨਹੀਂ। ਇਹਦਾ ਮਤਲਬ ਜੋ ਸਤਿਗੁਰੂ ਕਹਿ ਰਿਹਾ, ਸੱਜੇ ਤੇ ਖੱਬੇ ਤੀਰ ਆਮ ਤੌਰ 'ਤੇ ਸਾਡੇ ਸੱਜੇ ਹੱਥ 'ਚ ਪਕੜ ਜ਼ਿਆਦਾਤਰ ਖੱਬੇ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਖੱਬੇ ਹੱਥ ਵਿੱਚ ਵੀ ਉਨੀ ਤਾਕਤ ਹੈ। ਉਹ ਗੁਲਸ਼ਤਰਾਨ ਸੀ ਜੀ। ਸਤਿਗੁਰੂ ਸੀਨੇ ਨਾਲ ਸ੍ਰੀ ਸਾਹਿਬ ਲਾ ਕੇ ਲੇਟੇ ਹੋਇਆ। ਪਿਆਰੇ 2 ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਤੇ ਤੀਸਰਾ ਸਿੱਖ ਭਾਈ ਮਾਨ ਸਿੰਘ, ਉਹ ਤਾਰੇ ਦੀ ਸੇਧ ਥੱਲੇ ਤੁਰੇ ਹੁੰਦੇ ਆ। ਠੰਡੀ ਹਵਾ ਚੱਲਦੀ ਪਈ ਹੈ। ਸਤਿਗੁਰਾਂ ਨੇ ਕਮਰ ਕੱਸਾ ਨਹੀਂ ਖੋਲ੍ਹਿਆ, ਕਮਰ ਕੱਸੇ ਦੇ ਉੱਪਰ ਜਿਹੜਾ ਬਰੀਕ ਮੀਨ ਕੱਪੜਾ ਸੀ ਉਹ ਖੋਲ੍ਹ ਕੇ ਆਪਣੇ ਚਿਹਰੇ ਨੂੰ ਢੱਕ ਲਿਆ ਹੈ। ਤੇ ਸਤਿਗੁਰੂ ਖੱਬੇ ਪਾਸੇ ਹੋ ਕੇ ਸੁੱਤੇ ਆ ਜੀ, ਸਿੱਧੇ ਨਹੀਂ ਲੇਟੇ, ਖੱਬੇ ਪਾਸੇ, ਕਿਉਂਕਿ ਜਦੋਂ ਕੁਤੇ ਆ ਜਾਏ ਸਿੱਧੇ ਲੇਟੇ ਨੂੰ ਉੱਠਣਾ ਮੁਸ਼ਕਲ ਹੈ। ਖੱਬੇ ਪਾਸੇ ਹੋਏ ਨੂੰ ਖਿੰਨ ਲੱਗਦਾ ਹੈ। ਤਿੰਨੇ ਸਿੰਘ ਮਿਲ ਗਏ, ਮਹਾਰਾਜ ਜੀ ਨੇ ਸੀਨੇ ਨਾਲ ਲਾਏ। ਉਸੇ ਦਿਨ ਬਾਗ 'ਚ ਰਹੇ। ਉੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇਸ ਗੱਲ ਬਾਰੇ, ਸਭ ਘਟਨਾਕ੍ਰਮ 4 ਦੇ ਸਾਹਮਣੇ ਵਾਪਰਿਆ, 3 ਸਿੱਖ ਤੇ ਚੌਥੇ ਗੁਰਦੇਵ ਜੀ। ਉੱਥੇ ਕੀ ਗੱਲਬਾਤ ਹੋਈ ਹੋਵੇਗੀ, ਕਿਉਂਕਿ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਦੀ ਗੜੀ ਤੱਕ ਸਾਹਿਬਜ਼ਾਦੇ ਸ਼ਹੀਦ ਹੋ ਗਏ, 3 ਪਿਆਰੇ ਸ਼ਹੀਦ ਹੋ ਗਏ, ਪਰਿਵਾਰ ਜਿਹੜਾ ਹੈ ਉਹ ਖੇਰੂ ਖੇਰੂ ਹੋ ਚੁੱਕਾ ਹੈ। ਉੱਥੇ ਹਜ਼ੂਰ ਦਾ ਜਿਹੜੇ ਦਰਬਾਰੀ ਕਵੀ ਨੇ ਸੈਨਾਪਤ, ਉਹਨੇ ਇੱਕ ਬੜੇ ਕਮਾਲ ਦਾ ਬਚਨ ਕਿਹਾ। ਮੈਂ ਉਸ ਵਿਸ਼ੇ 'ਤੇ ਆਉਣਾ ਚਾਹੁੰਦਾ ਕਿ ਕਸੌਟੀ ਝੂਠੀ, ਝੂਠੇ ਬੰਦੇ ਨਹੀਂ ਟਿਕ ਸਕਦੇ, ਝੱਖ ਮਾਰਨ ਨਾਲ ਕੁਛ ਨਹੀਂ ਬਣਦਾ। ਉੱਥੇ ਕਵੀ ਸੈਨਾਪਤ ਜੀ ਨੇ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਲਈ ਜਿਹੜਾ ਵਰਤਿਆ, ਉਹ ਨਿਰੰਕਾਰ ਵਰਤਿਆ। ਤੁਸੀਂ ਸ੍ਰੀ ਗੁਰੂ ਸ਼ੋਭਾ ਦੇ ਦਰਸ਼ਨ ਕਰੋਗੇ, ਉਹਦੇ ਵਿੱਚ ਉਹ ਵਾਰ-ਵਾਰ ਨਿਰੰਕਾਰ ਸ਼ਬਦ ਵਰਤਣਗੇ। ਉਸਨੇ ਉਦਾਹਰਨ ਕੀ ਦਿੱਤੀ, ਭਾਈ ਸਾਹਿਬ ਲਿਖਦੇ ਆ ਕਵੀ ਸੈਨਾਪਤ ਜੀ, ਉਹ ਲਿਖਦੇ ਆ, ਨਿਰੰਕਾਰ ਅਪਾਰਗਤ ਬਹੁਵਿਧ ਕਰ ਵਿਸਤਾਰ, ਸਭੈ ਛਾੜ ਛਿਨ ਮੈਂ ਦਿਓ, ਰਹਿਓ ਸੋ ਏਕੰਕਾਰ। ਅਰਥ ਮੈਂ ਥੋੜੇ ਜਿਹੇ ਕਰ ਦੇਣਾ। ਨਿਰੰਕਾਰ ਅਪਾਰਗਤ, ਕਹਿੰਦੇ ਜਿਵੇਂ ਨਿਰੰਕਾਰ ਕਰਤਾਰ ਸਾਰੀ ਧਰਤੀ ਨੂੰ ਪੈਦਾ ਕਰਦੇ ਨੇ, ਉਸ ਨੇ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਜਿਹਨੂੰ ਆਪ ਪੜ੍ਹਦੇ ਹੋ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਇੱਕ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਤਬ ਏਕੋ ਏਕੰਕਾਰਾ। ਫਿਰ ਬੇਨਤੀ ਧਿਆਨ, ਇਹ 2
तुकां सेनापति जी दी सुनियो, कहंदे निरंकार अपार गत, गत अर्थ है अवस्था, कि निरंकार जी दी जिहड़ी ये अवस्था जिहड़ी ये खेड है इहदा कोई पारावार नहीं पा सकदा। क्यों जी? अगे सेनापति कहने बहुविध कर विस्तार, अपनी मौज विच करता पुरख सफोर हो के बहुत तरीकों नाल विस्तार कर दिता। आ जो कोई सिरजिया आ विस्तार ही है ना जी, जिन्हों आप जी चौपाई साहब च पढ़ दो, जब उदकर्क करा करतारा प्रजा धरत तब दे अपारा, उन्होंने विस्तार कर दिता, बहुविध कर विस्तार। हुण जिन्ना विस्तार किया कली ये धरती की ते इहदी कीमत की है जी? रब की बनाई रचना सामने कोई कीमत नहीं, एक बिंदु जिन्नी कीमत मैं कहांगा, एक रेत दे कण जिन्नी इस धरती की हस्ती है। यदि धरती ते रहिंदा बंदिया तेरी हस्ती की, तू आसमान नूं टाकियां लाना पे, मेरे वर्गा कोई है ही नहीं। जे सच्ची है मैं बेनती करा, जे बंदा इस ध्यान नाल देखे साडी जिथे रहिंदे आ ओहदी रचना च ये भाई साहब ने एक शब्द वरते है कि जिवें बोड़ दा निक्का जिहा बीज हुंदा है, होर सौखा कर ला, जिवां खसखस कहने असी खसकास कहते सा जी, जिमें खसखस दा दाना बरीक है, इन्नी कोई इस धरती की वैल्यू है रब की रचना विच। ते जिहड़ा इत्थे रहिंदा वो बड़ा आकड़िया तुरिया फिरदा। सच्ची जी, हुण निरंकार ने कली धरती ने जो कुछ सिरजिया, जिन्ने सूरज जिन्ने जिन्ने तारे जिन्ने खंड ब्रह्मंड जो कुछ गुप्त प्रगट है, ये सारे नूं एक खिन विच समेट के कल्ले दा कल्ला रह जांदा अपनी मौज च। कहते धन गुरु गोबिंद सिंह जी आप जी दी अवस्था अंदर दी निरंकार की है, निरंकार स्वरूप हो, सब कुछ सिरजिया, 5 किले बनाए, घोड़े हाथी फौजां नगारे खोले महल्ले अमर संचार सब कुछ सिरजिया। अज माछीवाड़े दे जंड दे थले सब कुछ समेट के उस तरह बैठा जिवें करतार कला खेड़ दे विच बैठा होया। जो कुछ चला गया उसका कोई दुख नहीं। मैं बेनती फिर करांगा, मैं विषय तो दूर ना जावां। निरंकार अपारगत बहुविध कर विस्तार, सब है छाड़ छिन में दियो, एक खिन लगा। चेती रखो गुरमुखो, खिन ही है जिंदगी च, मोह भी खिन करके अगे यात्रा करता है, तो जिदन छड्डी दा उदन भी खिन ही लगता है। जिदन माँ दे उदर च पैदाइश शुरू होए उदन भी खिन लगा, तो जिदन ऐस भांडे विचों साह निकलने लगना खिन ही। बाकी तो आप गिनती मिनती अपनी कर रहे हैं ना, कहते एक खिन लाया। थोड़ी जी बेनतियां होर करांगा। इत्थे जिहड़ा झक मारना मैं केवल एक अर्थ नहीं कर रहा, ये बहु अर्थ कर रहा। जो रब ने दिता एवें फालतू बोली जाना, तुसां उहनूं ओह कुछ दिता मैनूं आ नहीं दिता। सब तो ज़्यादा बीमारी तो इस चीज़ की साडे समाज इत्थे भी। मैं एक दिन कहा सी कि इस समाज की बनतर है, किसे बंदे नूं अंदर दा दुख साझा करोगे नज़दीकी जान के, पुत्र दा धी दा अपना कोई दुख साझा करोगे, करोड़ों विचों एक अद्धा होवेगा जिहड़ा दर्द वंडाएगा। सिर्फ सुनेगा जरूर, तुहाडी पिछ पिछे तुहाडा शुगल उड़ाएगा, लोकां तक संदेश पहुँचाएगा। पहली गल तो जो दुख सुनाया उस दिन ही उहदी नज़र च उन्हें सानू वो थां नहीं देनी, वो दुख नूं लोकां तक पहुँचा के आवेगा। दुख सुनांगे तो मजाक ते पात्र बनांगे, प्यारे लोकां नूं सुख सुनांगे तो ईरखा दे शिकार हो जावांगे। इस तरह है ना जी। सुख वेले बंदा कह देना बस जी बड़ी किरपा तुहाडे ते बड़ी, ओ मूँह तो कहंदा अंदरों ते अग बलदी पई हुंदी। इहनूं महाराज ने अज कहा वो भले मानसो झक मारिया की हो जाना। जिन्हों रब देन ते आवे कोई चीज़ भी दा अर्थ करिए परमा जिस तू दे तिसै क्या चारा, ते जे बंदे दे हत्थ विच होवे ते महाराज कहंदे इसके हाथ होए तां सब किछ ले, इहदे हत्थ विच होवे सारे लोकां दे साह जी खिच ले, इहदे हत्थ विच कुछ नहीं। मैं फिर आप नूं बेनती करांगा जो परमात्मा एक गल होर, शुकराना कौन करदा है जी? उंज वै साडे सिखां च बड़ा शब्द है अजकल प्रचलित है जी, गुरु का शुकराना जी, रब का। ये भी तो सुखांत नाल जुड़िया, दुखांत नाल ते भी नहीं जोड़ते आप। सुख नाल जुड़िया ना शुकराना नहीं नहीं। अज शुकराना भी नमैश है, घर वड्डा बना लिया। मैं ये नहीं कहता भी सानूं करना नहीं चाहिए, करना चाहिए, पर रिश्तेदार सज्जन मित्र उन्होंने सारिਆਂ तक खबर तो ही पहुँचेगी ना, सारे इकट्ठे होण के आउणगे। महाराज कहते शुकराने का एक पक्ष नहीं लईदा। भाई गुरदास साहब का एक बचन है, मैं पिछले दिन पाठ किया,
तो उन्हों की वार च एक बचन आया, शुकराना है सच घर, कूड़ कुफर कर ना साबूरी। तुक ध्यान ना सुनियो, शुकराना है सच घर, जिस हिरदे विच सच ते सबर है ना, वो ही शुकराना करदा। कूड़ कुफर, कूड़ दर ते झूठ, ते कुफर दर ते भी झूठ है। कूड़ कुफर कर ना साबूरी, ना सबूरी, सबूरी दर ते सबर, ना सबूरी दर ते जिदे अंदर सबर नहीं। कहते जिदे अंदर सबर ते साचे शुकराना वही करदा है, जिदे अंदर ना सबूरी लालची कूड़ ते कुफर है, वो जिन्ना कुछ प्राप्त करदा है अंदरों शुकराना नहीं करता। शुकराना है सच कर, कूड़ कुफर कर ना साबूरी। इनू भाई साहब ने एक थां होर कहा, कारण करता जो करे, जो करे क्या, ये नहीं क्या कला सुख, कारण करता जो करे, सिर धर मन करे शुकराना, जो करता पुरख करे। हुण धन गुरु गोबिंद सिंह, मैं फिर उस विषय पर आके कि पहली गल महाराज कहें फालतू ना बोलिया कर, ये तेरा अंदर खुआर होवेगा। जो एक पाठ करने ना जी, ये फालतू ही हुंदा है, उन्होंने इन्ना कुछ दिता, मैनू क्यों नहीं दिता, ईरखा विचों झक निकलती है जी। फालतू बंदा ईरखा च बोलता है। गुरु नानक साहब का शब्द, जियो तपत है बारो बार, तब तब खपै बहुत बेकार, जैतन बाणी विसर जाए, ज्यों पक्का रोगी भी लाए, बहुता बोलन झखण। फालतू बोल रहे हैं ना, महाराज कहते ने बहुता बोलन झखण होए, झक मार रहे हैं। क्यों? क्योंकि जो रब ने दिता उधर ध्यान नहीं। जिन कन कीते अखी नाक, जिन देवा दिती बोले तात, जिन मन राख्या अग्नि पाए, वाजै पवन आँखां सब जाए। प्यारिओ, जिन्हें स्वासां दा वाजा वजा दिता, जिन्हें सब कुछ दिता, तू फिर भी झक मारी जा रहे हैं। मैनू दिता कि महाराज ने इत्थे अर्ज करांगा, ये सेनापत ने लिखिया कि गुरु साहब की गति निरंकार की तरह। गुरु गोबिंद सिंह जी के दो बचन जी, दो सिर्फ शेर लाँगा। जफरनामे का पहला शेर जिहड़ा है, चेता तुहानूं सब नूं होना जी, जिहड़े थोड़ा बहुत ध्यान इधर रख दिओ। कमाल करामात खाइम करीम, कमाल करामात खाइम करीम, रज़ा बख्श राजिक रिहा कुन रहीम। चिट्ठी बादशाह नूं लिखी जा रही है तो संबोधित रब नूं कीता जा रहा है। उवें तुसीं देखो आम तौर पर बंदा जो चिट्ठी लिखता है ना, वो अपना विषय लिखता, मैं गल किस विषय दे कर लगा। कभी सोचिया 12 शेर जिहड़े ने वो पहला सिर्फ परमात्मा नूं संबोधित ने। महाराज 13वें शेर जाके अगे 13वें 14वें करया, मरा ऐत बारे बरी कसम नेस्त के एजद गवा अस्त यजदा जकेस्त ना कतरा मरा इतबारे बरोस्त के बख्शीवा दीवा हमा किजब गोश्त। पर मेरे मन च अज भी सी कि आख है शुकराने जुड़ जाना, जो करता पुर कर रहे। महाराज चिट्ठी औरंगजेब नूं लिखदे रहे, वक्त दे बादशाह नूं, ते शेर संबोधन कर रहे हैं रब नूं। तमाले करामात खाइम करीम, रज़ा बख्श राजिक रिहा कुन रहीम। दास कई बार यदि बेनती करता है, तुसीं नाल पाठ कर रहे हो, जबान गिरी का मतलब शेर चेते है। पहला गुरमुखी च मैं कहा, ये पहली सतर जिहड़ी हर शब्द कक्के तो शुरू होंदा है। कमाल करामात खाइम करीम। हाले मैनूं पता है कायम है वो दो नुकतियां वाला काफ है, खाफ दो काफ ने ना। परशियन च उर्दू च पढ़ने, एक काफ डंडी वाला कहते हैं, एक काफ दो बिंदियां वाला। जदों पढ़ाते सन उर्दू वाला कहता हुंदा सी, एक काफ नाल कुत्ता लिखिया जाता तो एक काफ नाल कैंची लिखिया जाता। अज दी गुरमुखी जिहड़े अज विद्वान करते हैं इसी उच्चारण, कक्के थले बिंदी पा लो। मतलब मैं कह रहा भी अजकल यही है ना, जिहड़ा दूजी भाषा तो आए धुनियां ने, उन्होंने पुरुष जिवें सस्से पैर बिंदी पाती, जज्जे पैर बिंदी पाती, हाँ जी खखे पैर बिंदी पाती। मैं खैर मैं बेनती करांगा, ये देखो कमाल करामात कायम करीम। पंजाबी च अर्थ करा जी, सीधा कक्का अगे सारी रे, पहला काफ ते काफ अगे। महाराज कहते कमाल करामात कायम करीम, रज़ा बख्श राजिक रिहा कुन रहीम। रज़ा राजिक
ਰਿਹਾ ਕੁਨ ਰਹੀਮ। महाराज ने ये चारे शब्द रे न लिखे, उत्ते शब्द काफ न लिखे। पहला शेर पढ़ के जो विद्वान बंदा होगा ना, उत्थे मत्था टेक देगा, किड्डा वड्डा कवि होगा। होए एक होर बेनती, पहली शब्द सतर अरबी दी है, कमाल करामात कायम करीम रजा बख्श राज कर रिहा कुन रीम। वो बादशाह नूं चिट्ठी लिखी जा रही है तो संबोधन रब नूं कीता जा रहा है। महाराज अकाल उस बड़ा किया, जफरनामे की लोड़ पैगी। असल याद रखियो, इस शेर राही गुरु गोबिंद सिंह जी ने वक्त दे बादशाह की तुष्टता, ओदी खस्ती, परमात्मा की सिफत करदियां क्या वो बादशाह चेते रखी तेनू जहां पना दो आलम शाह आलमगीर कहंदे आ, पर मैं सब तो पहला उस रब की सिफत करना वा जिहड़ा अलौकिक शक्तियां दा शिखर है। कमाल करामात दा अर्थ है जिहड़ा अलौकिक शक्तियां दा शिखर। यूं कह लो, जिहदी ताकत तू ताकत नाल बंदे मार सकना, तू ताकत नाल बंदे खरीद सकना, पर परमात्मा की ताकत एडी वड्डी हो, सीयां बाजां चरगां कुइयां इन्हां खवाले का। यह है कमाल करामात। जिहड़े मांस खाण वाले ने उन्हें सुभाव बदल के घाह खाण ते ला दिंदे ने, जिहड़े घाह खांदे ने उन्होंने मांस खवा दिंदा है। वो एडियां अलौकिक शक्तियां दा मालक है। वो तेरे वर्गे बादशाह नूं खत्म करके राह कर दिंदा है, रुलदे होए कीड़े नूं पातशाही बख्श दिंदा है। जिद्दन सिख ऐस फेत नूं लैके चलेगा ना, चाहते आपां भी सब कुछ हाँ, पर असीं चाहते साडे नाल जुड़ के आवे। जदों वैगुरू जी दी इस ताकत नूं, फिर मेरी बेनती सुनियो, बादशाह नूं संबोधित है। महाराज कहते कमाल करामात, तेरियां करामातां कमाल दियां ने। ते गुरु नानक साहब दे बोल ने, सीयां बाजां चरगां कुइयां इन्हां खवाले का खाण ते ना मास खवाले, ए चलाए राह नदियां विच टिब्बे दिखाले, थली करे असगा कीड़ा थाप दे पातशाही लश्कर करे सवार। मैं सिर्फ बेनती की महाराज ने, कोई अफसोस तो आपां दा करने है ना जी। मैं स्टॉकटन भी किया, जदों बोलन लगने मर गए डुब गए कौम सारी खत्म। सच्ची तुहानूं दसां 28 साल मैनूं भी हो गया तो सुनदिया। गुरु गोबिंद सिंह ने पूरे जफरनामे च किते नहीं कहा मैं खत्म हो गया। किते तुसीं सियाणे बैठे हो, किते मैनूं एक शेर भी दिखा दो। हाँ, विरोधी बहुत शब्दां शेरां दे अर्थ वा कर दिया, किसे शेर च क्या होवे मैं खत्म हो गया। महाराज तां शुरू इत्थों करदे आ, अलौकिक शिखर शक्तियां दा मालक, शक्तियां दा शिखर अकाल पुरख वैरे काल कमाल करामात कायम, उन्हें सदा रहना है। करीम ओ बख्शिंद है, राजा बख्श ओ खुशियां देने वाला है। राजिक तू राजिक नहीं रिजक देने वाला वैगुरू है। रिहा कुन ओ बंदी छोड़ है, तू जुल्म करके मुतसब करके पाप करना, ओ रहीम है सब ते रहम करने वाला है। ये शेर जेड़े ने ओदी तुष्टता नूं, मैं शब्द वरत्या तुष जिन्हों कहने, उन्होंने दस रहा भी मैं उन्होंने मान्या। हुण उहदे विच एक मैं बेनती करांगा, एक शेर है क्योंकि अज विशा है परमात्मा की कसौटी कोई मरजीवा ही सहिंदा है। मैं तां सारा विस्तार इकट्ठी कर लिया। महाराज कहते तुरा गर नज़र हस्त लश्कर बाजार, तुरा गर नज़र हस्त लश्कर बाजार। तुरा दर थे तेरी, नज़र दर थे ध्यान, लश्कर दर थे फौज, ते जर दा अर्थ पैसा। औरंगजेब नूं कह रहा तेरे जहन विच तेरी सुरत विच इक्को चिंतन चलदा है, मेरी फौज, मेरे बंदे, मेरा खजाना, मेरा राज। तू जिथे भी जाना है सिर्फ इक्को चीज़ लैके तुरया फिरना है, मेरा लश्कर मेरा ज़र। पर मैं तेन दसां कि मैं जिथे भी जाना पुत्रां दे मोह च वरलाप नहीं करदा, मैं रब दा शुकराना करदा हाँ। तुरा गर नज़र हस्त लश्कर वाजार के मारा निगाह अस्त यजदा। यजदा दा लफ्जी अर्थ है रब करतार, शुक्र दा अर्थ है मैं उहदा शुकराना कर रहा। मैं आपनू बेनती करांगा, सी शब्द शुरू किया सी थोड़ा जिहा विस्तार च इस करके चला गया क्योंकि ये धुकदा है। महाराज कह रहे ने कबीर झंख ना झंखी है, झख ना मारो बंदिया, फजूल ना बोली जा, बकवाद ना ला। तो महाराज कह रहे ने कि तुमरो कहो ना होए, तू किसी को श्राप दे रहे हैं इहदा आ खात्मा हो जाए, किसी को गालां कढ़ रहे हैं आ बुरा हो जाए। तुमरो कहो ना होए,
तेरे कहण नाल कुछ नहीं होना। चेते रखियो इत्थे तक गुरु काल च वापरी घटना सुली चढ़ के आउंदा है ते पिरथी नूं कहंदा कल तक गुरु अर्जन देव बारे, कल तक मैं उन्होंने खत्म कर देंगा, पातशाही गद्दी तेरे कोल होवेगी। कह तो यही रहा है ना, फालतू ही बोल रहा है ना। तो महाराज कहते ने अगला दिन कितने चढ़ना से, उस दिन शाम को सड़ के खाक हो गया है। सुली ते नारायण राख, सुली कात कहीं ना पहुँचे, सुली होया होए मुआ ना पाक। हजूर कह रहे ने कबीर झंख ना झंखी है, ना फालतू बोलिया कर, तुमरो कहो ना होए, तेरे कहने नाल कुछ नहीं होना। इत्थों तक प्यारिओ ये हंकार च जे कोई कहता ना मैं आ करांगा, गुरु जी उन्होंने भी कह रहे हैं तुमरो कहो ना होए, तेरे कहने नाल नहीं होना। एक पासे होर याद रखियो, जिहदी रसना ते वैगुरु बोलदा है ना, वो भी नहीं कहता मेरे करन नाल होना है, वो कहता जो रब करेगा होना वही है। भगत नामदेव जी का शब्द है ना, सुल्तान पूछे सुनबे नामा, देखो राम तुम्हारे कामा, नामा सुल्ताने बादुला, देखूं तेरा हर बीठला। बादशाह कहता बिस्मिल गऊ देव जवाए, नातर गर्दन मारू ठाए। अगो भगत जी पता कहने बादशाह ऐसी क्यों होए, बिस्मिल किया ना जुए कोई, तू मैनू कहना मरी नू जिंदी कर, बादशाह हो सकता मरे कदी नहीं जिउंदे। अगे तो कई मेरा की कछु ना होए, कर है राम होए सोए, मेरे करना ही होना, जो कुछ परमात्मा करेगा होना वो है। कबीर साहब ने कहा कबीर झंख ना झंखी है, ना फालतू बोलिए, तुमरो कहो ना होए, कर्म करीम। महाराज कहते जेड़ा करता पुरख वैगुरु कर रहा, कर्म करीम जो कर रहे, जेड़ा करता पुरख, कर्म दा अर्थ बख्शिश, करीम दा अर्थ बख्शिश करने वाला, बख्शिशां करने वाला जो परमात्मा कर रहा है ना। तो महाराज कहते ने मेट ना सकै कोई, उसनों कोई दुनिया की ताकत नहीं मेट सकती। कोई दुनिया की ताकत जो परमात्मा देन ते आवे उन्होंने रोक नहीं सकती जी। जिस तू देन तिसै क्या चारा, जिन्हों तुसी कोई देन ते आ जो सारी दुनिया इकट्ठी हो जाए कुछ नहीं कर सकती जी। कबीर झंख ना झंखी है, तुमरो कहो ना होए, कर्म करीम जो कर रहा, जो बख्शा करने वाला करीम परमात्मा कर रहा है। तो महाराज कहते ने मेट ना सकै कोई, कोई दुनिया की ताकत उन्होंने मेट नहीं सकती, कोई नहीं मेट सकती जो उन्हें बख्शिश करनी। हुण अगला बचन कबीर कसौटी राम की, जिदन परमात्मा ने कसौटी ला ली ना, वो परखन लग पे, झूठा टिकै ना कोई, झूठा अडंबर कर सकता है। मैं अगे आपको शुरुआत क्या, पित्तल सोने का भुलेखा पा सकता है, जिन्नी देर तक कसवट्टी नहीं हो सकता, वो कई हत्थों च अगे झूठियां च विक भी जाए। तो जिदन किसी ने कसवट्टी ते ला लिया, काले पत्थर ते घसा दिता, उस दिन पता लग जाना जिहड़ा चुक्की फिरदे वो झूठा है, एक कपटी है। कबीर कसौटी राम की, जिदन परमात्मा ने दुख की कसौटी ला दी, अपमान की कसौटी ला दी, बेइज्जती की कसौटी ला दी, जिदन परमात्मा ने घाटे की कसौटी ला दी, जिदन दुख की कसौटी ला दी, जिहड़ा चोखे अतरू सड़दा चेते रखियो ने सब तो पहला पाला बदल जाना है। तो महाराज कहते जिहदे अंदर सच वसदा पिया ना, वही केवल इत्थे सह रह सकता। कबीर कसौटी राम की, झूठा टिकै ना कोई, राम कसौटी सो सह, केड़ा रत्ते सही जे मुख ना मुड़न, जिनी संझाता साई, झड़ झड़ पाउंदे कच्चे बिरही, जिन्ना कार ना आई। महाराज कहते जिहड़े रत्ते होए ने वो पिछे नहीं हटदे, अगां को तरांग, पिछा फेर ना मोडड़ा, नानक सिज अवेहा वार, बौड़ ना होवी जन्मड़ा। मैं एक छोटी जी उदाहरण दे के, चलो समा काफ़ी हो गया, वैगुरु पता नहीं जिंदगी च, क्योंकि मैं हुणे क्या स्टेज पर बोलना बड़ा सौखा है, पता नहीं जिंदगी के किस मोड़ ते की कुछ वापर जाना है, कोई पता नहीं। कली मौत का पता नहीं, इत्थे जिंदगी च वापरदियां घटनावां का भी कोई पता नहीं। मैनू वो सिख इतिहास साडा भरिया पिया जी उस कसवट्टी वालियां नाल, ਜਦੋਂ ਸਮਾਂ आया वो सच्ची मुच्ची खरे होके उतरे। गुरु अर्जुन देव महाराज, मैं पिछले कई साल पहले तो क्या सी भाई तीर था, जिन्हों असी भाई मंझ जी कहने है ना, तुहानू सब साखी का पता, तकरीबन सारे साखीकार सुनाते हैं जी। वो कबरां नूं पूजते सन, सरवर नूं पूजते सन। जदों गुरसिखां की संगत की ना,
ਕੁਝ ਦਿਨ ਕੋਲ ਰਹੇ, ਬਾਣੀ ਪੜ੍ਹਨ, ਸਿਮਰਨ ਕਰਨ। ਤੇ ਉਹਨੇ ਇੱਕ ਦਿਨ ਸੰਗਤ ਜਦੋਂ ਆ ਗਏ ਤੇ ਗੱਲ ਕਰਦਿਆਂ ਕਹਿੰਦੇ ਆ ਕਿ ਗੁਰਸਿੱਖੋ, ਤੁਹਾਡੇ ਸਤਿਗੁਰੂ ਪਾਣੀ ਦੀ ਝੀਲ ਸਮੁੰਦਰ ਨੇ, ਤੇ ਕਹਿੰਦਾ ਮੈਂ ਮਹਿਸੂਸ ਕਰ ਰਹਾ ਤੁਸੀਂ ਉਸ ਸਮੁੰਦਰ ਵਿੱਚੋਂ, ਝੀਲ ਵਿੱਚੋਂ ਉੱਠੇ ਬੱਦਲ ਹੋ, ਜਿੱਥੇ ਜਾਂਦੇ ਹੋ ਉੱਥੇ ਵਰਸ਼ੇ ਕਰਦੇ ਹੋ, ਠੰਡ ਹੀ ਵਰਤਾਉਂਦੇ ਹੋ। ਦੂਜੀ ਗੱਲ ਕਹੀ, ਸਤਿਗੁਰੂ ਤੁਹਾਡੇ ਚੰਦਨ ਨੇ, ਤੁਸੀਂ ਚੰਦਨ ਦੇ ਨੇੜੇ ਨਿਕਲਦੀ ਹਵਾ ਹੋ, ਜਿਹੜੀ ਹਵਾ ਚੰਦਨ ਦੇ ਰੁੱਖ ਨੂੰ ਖਹਿ ਕੇ ਚਲੀ ਜਾਏ ਨਾ, ਉਹ ਜਿੱਥੇ ਵੀ ਜਾਏਗੀ ਪਿਆਰਿਓ ਸੁਗੰਧੀ ਲੈ ਕੇ ਜਾਏਗੀ। ਪਰ ਕਮਾਲ ਦੀ ਗੱਲ, ਕੱਲੀ ਉਹਦੇ ਕੋਲ ਨਹੀਂ, ਜਿਨ੍ਹਾਂ ਜਿਨ੍ਹਾਂ ਰੁੱਖਾਂ ਨੂੰ ਸਪਰਸ਼ ਕਰੀ ਜਾਏਗੀ ਉਹਨਾਂ ਪੱਤਿਆਂ ਵਿੱਚ ਵੀ ਸੁਗੰਧੀ ਭਰੀ ਜਾਏਗੀ, ਕਿਉਂਕਿ ਹਵਾ ਹੀ ਅੱਗੇ ਲੈ ਕੇ ਤੁਰਦੀ। ਤੁਹਾਡੇ ਸਤਿਗੁਰੂ ਚੰਦਨ ਨੇ, ਤੁਸੀਂ ਉੱਠਦੀਆਂ ਹੋਈਆਂ ਹਵਾਵਾਂ ਹੋ ਨੇੜੇ, ਜਿੱਥੇ ਜਾਂਦੇ ਹੋ ਮੈਂ ਖਿਲਾਰਦੇ। ਪਰ ਜਦੋਂ ਗੁਰੂ ਅਰਜਨ ਦੇਵ ਜੀ ਕੋਲ ਆਏ, ਉਹਨਾਂ 3-4 ਬਚਨ ਕਹੇ, ਜਨਮ ਮਰਨ ਤੋਂ ਮੁਕਤ ਕਿਵੇਂ ਹੋਵਾਂ, ਮੌਤ ਦਾ ਭੈ ਕਿਵੇਂ ਖਤਮ ਹੋਵੇ, ਜਿਹੜੀ ਵਾਸ਼ਨਾ ਮੈਨੂੰ ਦਿਨ ਰਾਤ ਕਲਪਾਈ ਰੱਖਦੀ ਏ, ਉਹ ਕਿਵੇਂ ਮੈਂ ਸ਼ਾਂਤ ਹੋ ਜਾਂ। ਸਤਿਗੁਰਾਂ ਨੇ ਸੁਣਿਆ ਤੇ ਕਹਿਣ ਲੱਗੇ, ਹੈ ਬੜਾ ਔਖਾ। ਕਹਿੰਦਾ ਜੀ ਮੈਂ ਪੂਰੀ ਤਿਆਰੀ ਕਰਕੇ ਆਇਆ। ਮਹਾਰਾਜ ਕਹਿੰਦੇ ਦੇਖੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਭਰੇ ਹੋਏ ਭਾਂਡੇ 'ਚ ਕਿਵੇਂ ਟਿਕੇਗੀ। ਉਹਨੂੰ ਇਸ਼ਾਰਾ ਕਰ ਦਿੱਤਾ, ਤੂੰ ਕਬਰਾਂ ਪੂਜਣਾ, ਤੂੰ ਮੁਰਦਿਆਂ ਨੂੰ ਪੂਜਣਾ ਪਿਆ। ਉਹਨੇ ਕਿਹਾ ਸਭ ਕੁਝ ਛੱਡ ਦਿਆਂਗਾ। ਮਹਾਰਾਜ ਨੇ ਪਹਿਲੇ ਦਿਨ ਕਹਿਤਾ, ਤੂੰ ਚੌਧਰੀ ਹੈ ਨਾ, ਚੌਧਰ ਚਲੀ ਜਾਣੀ ਹੈ। ਕਹਿੰਦਾ ਬਿਲਕੁਲ ਠੀਕ ਹੈ। ਕਹਿੰਦੇ ਅੱਜ ਮਾਲ ਡੰਗਰ ਘਰ ਭਰਿਆ, ਕੱਲ ਨੂੰ ਉਹ ਵੀ ਜਾ ਸਕਦਾ। ਕਹਿੰਦਾ 7 ਬਚਨ ਜੀ। ਹਜ਼ੂਰ ਕਹਿੰਦੇ ਅੱਜ ਤੇਰੇ ਘਰ ਨੌਕਰ ਨੇ, ਕੱਲ ਨੂੰ ਤੇਰੇ ਪਰਿਵਾਰ ਨੂੰ ਨੌਕਰੀ ਕਰਨੀ ਪੈ ਸਕਦੀ। ਕਹਿੰਦਾ ਬਿਲਕੁਲ ਠੀਕ, ਸਵਕਾਰ। ਮਹਾਰਾਜ ਕਹਿੰਦੇ ਵੇਖ ਲਈ ਪਿਆਰਿਓ, ਜਦੋਂ ਕਿਹਾ ਨਾ ਵੀ ਰੋਟੀ ਤੋਂ ਵੀ ਆਤੁਰ ਹੋ ਸਕਦੇ ਹੋ, ਚਰਨ ਪਕੜ ਕੇ ਕਹਿੰਦਾ ਅੱਜ ਤੇ ਮਨ ਇੰਨਾ ਬਣਿਆ, ਹਰ ਚੀਜ਼ ਪ੍ਰਵਾਨ ਹੈ, ਪਰ ਤੁਸੀਂ ਆਪਣੇ ਸਿੱਖਾਂ ਨਾਲ ਜੋੜ ਲਓ, ਸੰਗਤ ਜੋੜ ਲਓ। ਮੈਂ ਕਹਿੰਦਾ ਇੱਕ ਇਤਿਹਾਸ ਲਿਖਿਆ ਸੀ, ਇਹ ਤਾਂ ਚਲੋ ਕਵੀ ਸੰਤੋਖ ਸਿੰਘ ਮਹਿਮਾ ਪ੍ਰਕਾਸ਼ ਸਾਡੇ ਪੁਰਾਣੇ ਸਰੋਤਾਂ ਵਿੱਚ ਬੜਾ ਸੋਹਣਾ ਇੱਕ ਲੇਖ ਲਿਖਿਆ ਸੀ ਬਹੁਤ ਸਮਾਂ ਪਹਿਲਾਂ। ਇਹ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਸੋਚ, ਕਿਤੇ ਲੇਖ ਮਿਲੇ ਤੇ ਪੜ੍ਹਿਓ ਜ਼ਰੂਰ। ਉਹਦੇ ਵਿੱਚ ਬੜੀ ਡਿਟੇਲ ਦਿੱਤੀ, ਬੰਦਾ ਉਸ ਲੇਖ ਨੂੰ ਪੜ੍ਹਦੀ ਭਿੱਜ ਜਾਂਦਾ ਜੀ, 2-4 ਬੰਨੇ ਪੜ੍ਹਦੀ। ਉਹਨਾਂ ਨੇ ਜਿਹੜੀ ਗੱਲ ਕਹੀ, ਕਹਿਣ ਲੱਗੇ ਪਰਮਾਤਮਾ ਦੀ ਖੇਡ ਵਾਪਰੀ, ਸੁੱਖ ਸੀ, ਚੌਧਰੀ ਸੀ। ਜਿੱਦਣ ਸਿੱਖੀ ਕਮਾਉਣ ਲੱਗਾ, ਸਭ ਤੋਂ ਪਹਿਲਾਂ ਤਾਂ ਪਿੰਡ ਵਿਰੋਧੀ ਹੋਇਆ, ਕਿਉਂਕਿ ਸਾਰੇ ਕਬਰਾਂ ਦੇ ਪੁਜਾਰੀ ਸਨ। ਉਹਨਾਂ ਕਿਹਾ ਜੀ ਤੇਰੀ ਚੌਧਰ ਗਈ। ਬਰਾਦਰੀ ਨੇ ਕਿਹਾ ਚੌਧਰ ਗਈ। ਉਹ ਚੁੱਪ ਸੀ ਭਾਈ ਸਾਹਿਬ। ਉਹਨਾਂ ਕਿਹਾ ਤੇਰੀ ਚੌਧਰ, ਅੱਜ ਤੇ ਚੌਧਰੀ ਨਹੀਂ ਮੰਨਦੇ ਤੈਨੂੰ, ਚੰਦ ਚੌਧਰ ਤੋਂ ਹਟਾਇਆ। ਉਹ ਕਹਿੰਦਾ 7 ਵਜਨ, ਕਹਿੰਦਾ ਖਹਿੜਾ ਛੁੱਟਿਆ। ਕਹਿੰਦਾ ਨਾਲੇ ਇਹ ਮੈਂ ਉੱਥੇ ਛੱਡ ਆਇਆ ਸਾਂ ਜਿੱਥੇ ਮਹਾਰਾਜ ਦੇ ਸੰਗਤ ਦੇ ਜੋੜੇ ਪਏ ਸਨ। ਕਹਿੰਦਾ ਉੱਥੇ ਜੋੜਿਆਂ 'ਚ ਰੁਲਦੀਆਂ ਫਿਰਦੀਆਂ ਨੇ ਚੌਧਰਾਂ। ਦੂਜੀ ਗੱਲ, ਉਹਨਾਂ ਕਿਹਾ ਤੇਰੇ ਨਾਲ ਵਰਤਨ ਭਾਜੀ ਬੰਦ। ਉਹ ਕਹਿੰਦਾ ਖਹਿੜਾ ਛੁੱਟਿਆ, ਇੱਕ ਪਿੰਡ ਤੋਂ ਛੁੱਟਾਂਗਾ, ਇਹ ਜਿੱਥੇ ਜਿੱਥੇ ਗੁਰੂ ਨਾਨਕ ਦੀ ਸੰਗਤ ਹੈ ਉਹ ਸਾਰੇ ਮੇਰੇ ਆਪਣੇ ਨੇ। ਤਾਂ ਇਹ ਵੀ ਖਹਿੜਾ ਕਹਿੰਦਾ ਛੁੱਟਿਆ। ਰੱਬ ਦੀ ਕਰਨੀ, ਉਹਦਾ ਮਾਲ ਡੰਗਰ ਮਰਿਆ, ਤੁਹਾਨੂੰ ਪਤਾ ਹੈ, ਉਹਦੀ ਘੋੜੀ ਮਰੀ, ਬਲਦ ਮਰੇ, ਡੰਗਰ ਮਰੇ, ਫਸਲ ਗਈ। ਅਖੀਰ ਤੇ ਉਹ ਬੰਦਾ ਘਾਹ ਖੋਤਰਨ ਤੇ ਮਜਬੂਰ ਹੋ ਗਿਆ। ਪਰ 3 ਵਾਰੀ ਰੋਇਆ ਜੀ ਉਹ। ਮੈਂ ਸਿਰਫ ਇਹ ਬੇਨਤੀ ਕਰਨੀ, ਘਾਹ ਖੋਦਦਾ ਹੈ, ਗੁਰੂ ਅਰਜਨ ਦੇਵ ਜੀ ਹੁਕਮਨਾਮਾ ਭੇਜਦੇ ਆ ਮੇਵੜੇ ਹੱਥ, ਤੇ ਨਾਲ ਕਹਿੰਦੇ ਆ ਅਮਕੇ ਪਿੰਡ ਵਿੱਚ ਰਹਿੰਦਾ ਹੈ, ਉਹਨੂੰ ਲੱਭ ਕੇ ਹੁਕਮਨਾਮਾ ਦਈ, ਪਰ ਹੁਕਮਨਾਮੇ ਤੋਂ ਪਹਿਲਾਂ 20 ਰੁਪਈਆਂ ਦਾ, ਪੈਸਿਆਂ ਦਾ ਜ਼ਿਕਰ ਹੁੰਦਾ, ਪੈਸੇ ਦਈ। ਉਹ ਗਏ, ਉਹਨਾਂ ਪੁੱਛਿਆ ਜੀ ਇੱਥੇ ਇੱਥੇ ਮੰਝ। ਉਹਨਾਂ ਕਿਹਾ ਜੀ ਉਹ ਹੈ ਤੇ ਸਹੀ, ਪਰ ਉਹ ਘਾਹ ਖੋਤਰ ਕੇ ਗੁਜ਼ਾਰਾ ਕਰਦਾ। ਚਲੇ ਗਏ। ਉਹ ਹੱਥ ਭਰੇ ਸਨ, ਖੁਰਪਾ ਤੇ ਦਾਤਰੀ ਕੋਲ ਸੀ। ਤੇ ਉਹਨੇ ਕਿਹਾ ਜੀ ਮੈਂ ਅੰਮ੍ਰਿਤਸਰ ਤੋਂ ਆਇਆ, ਗੁਰੂ ਕੇ ਚੱਕ ਤੋਂ ਆਇਆ। ਉਹਨੇ ਇੱਕੋ ਦਮ ਖੁਰਪਾ ਪਰਾਂ ਸੱਟਿਆ, ਹੱਥ ਝਾੜ ਕੇ ਸਿੱਖ ਦੇ ਚਰਨਾਂ 'ਚ ਡੰਡੌਤ ਮੱਥਾ ਟੇਕ ਦਿੱਤਾ। ਇਹ ਗੱਲ ਯਾਦ ਰੱਖਿਓ, ਉਸ ਵੇਲੇ ਸਿੱਖ ਦੇ ਪੈਰਾਂ 'ਚ ਮੱਥੇ ਟੇਕਦੇ ਸਨ। ਤੇ ਉਦੋਂ ਦੀ ਗੱਲ ਮੈਂ ਕਰ ਰਿਹਾ। ਜੋ ਦਿਸ ਹੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ। ਪਰ ਇਹ ਸਾਡੇ ਮਿਲਣ ਦਾ ਤਰੀਕਾ ਸੀ। ਉਹਦਾ ਕਾਰਨ ਇਹ ਸ਼ਖਸੀ ਪੂਜਾ ਨਹੀਂ ਸੀ। ਉਦੋਂ ਸੀ ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਉਹਨਾਂ ਕਿਹਾ ਜੀ ਮੈਨੂੰ ਗੁਰੂ ਅਰਜਨ ਦੇਵ ਨੇ ਭੇਜਿਆ ਤੇ ਤੁਹਾਡੀ ਹੁਕਮਨਾਮਾ। ਉਹ ਕਹਿੰਦੇ ਦਿਓ ਭਾਈ ਮਨ ਜੀ। ਉਹ ਕਹਿੰਦੇ ਨਹੀਂ, ਮਹਾਰਾਜ ਨੇ ਕਿਹਾ ਸੀ 20 ਰੁਪਈਏ ਲੈ ਕੇ। ਉਹ
घर लै गया। चलो तुहानूं सब नूं पता है 20 रुपये उन्हें इकट्ठे कीते, उहदी घरवाली, उहदी बेटी, शाहूकार दे कोल इतिहासकारां ते बहुत कुछ होर भी लिखिआ। उहदे घर चों नौकर कह लो, कई गहने शब्द वरते, वो पैसे इकट्ठे करके लै आए। शाम नूं दीवा बलिया ते हुक्मनामा पैसे दे के लिया, ते हुक्मनामे ते इन्ने कोई शब्द लिखे सन, भाई मंझ तेनों करतार चेते आवे। बस उत्थे पहली बारी रोए। मेवड़े ने कहा तुसी तां रोए हो 20 रुपये? कहंदा नहीं नहीं रोया नहीं, सतगुरु नूं पता है कि मेरे सिख दियां अजे पल्ले कुछ नहीं आ नहीं सकदा। रोया तां मैं हज़ारां विच रहण वालिया, तेनों गरीब सिख चेते वे जिन्हों तू करतार याद करा दिता है। पहली बार रोए। फिर समा लंघिया जी, हुण वो गुरु साहब ने लिखिया करतार चेते आवे, कोई चिट्ठी आम बंदे दी थोड़ा है, वो कागज ते नहीं लिखिया, वो भाई मंझ दे सीने च लिख दिता तेनों करतार चेते आवे। गल ही दूजे दिन और हो गई। गुरु जी बोल के कह देन, गुरु जी लिख के दे देन, गुरु का वचन त्रै काल सत है। बस खेड़े च आ गया जी, बस सब कुछ मुक गया। करतार चेते, रोम रोम च वेखना करतार, सब अच्छे। कुछ महीने लंघे, दूजा फिर हुक्मनामा भेजिया ते नाल कहा भी ये हुक्मनामा पैसे नहीं, जे रात होवे ते रात बतीत कर लेनी, जे दिने होवे ते दोपहर होवे, हुक्मनामे ते उदों ही अमल जारी अमल करना। भाई साहब चले गए, उत्थे ही गए, वही दोबारा वही घा खोदते सन। उन्हें वेख के नमस्कार की, कहने लगे हुक्मनामा आया है। तो भाई जी कहते मैं पैसों का प्रबंध कर लिया। कहते ऐदकी पैसे नहीं मंगे। उदों भी शाम पै गई, हुक्मनामा दिता, कागज़ खोलिया ते विच लिखिया सी, भाई जी, भाई मान जी, गुरु के लंगरां भी तुहाडी लोड़ पै गई है। जे रात है तो आराम कर लो, जे दिन है तो पढ़द्या सर चल पो। सारी रात खुशी च रहा। दूजी बारी फिर रोया। उन्हें फिर पूछया, कहंदा अज क्यों रोए? कहन लगे अज तां रोया हाँ, उत्थे सिखां दी घाट थोड़ा है, मैं सतगुरु का शुकराना करना वा जिन्हें मेरे वर्गे घा खोतरन वाले नूं अपने लंगरां विच सद लिया है। सवेरे चल पे, हुण लंगर की सेवा शुरू हो गई। मैं 4 बारी सिर्फ लैना जी, 4 बारी वो रोया सिख, 5वीं बार तो फिर बख्शां हो गई। मैं तां कहा जी राम कसौटी की मैं गल कर रहा, शब्द के विषय तो दूर नहीं जाना। किहड़ा बंदा जी सब कुछ चला जाए तो फिर भी शुकराने च रहे। लंगर तो जिवें लकड़ां लियाउण लग पे। कुछ दिन लंघे, गुरु अर्जन देव जी आए, लांगरी नूं पुछदे ने इत्थे मंझ आया सी जी। कहंदे महाराज वो लंगर दे विच लकड़ां लियाउंदा है ते लकड़ां दी सेवा करदा है। चुंबे, चुंबा समझने ना, लोह दे थल्ले, देगां दे थल्ले साडे चुंबा कहंदे हुंदे सन, चुल्हे दे थल्ले कह लो सौखा। ते महाराज कहंदे आ प्रशादा कित्थों छकदा जी? पंगत च बैठ के। कहंदे अज शाम नूं आए, साडा सुनेहा दे दिओ, तू इन्नी सिक्खी कमाना, मजदूरी करना है कि सेवा करना है? जिन्नियां लकड़ां ने उन्हां लंगर छक लेना 2 वेले। लांगरी दा अंदर डर गया भी मैं किवें कहांगा। भाई साहब आए, खेड़े मत्थे, लकड़ां सट्टियां, लकड़ां विच बाली जान। तो जो पंगत च बैठे तो लांगरी का हिया ना पिया। मन ने कहा जो लंगर छक लेंदे। लंगर छक लिया तो कोल बह गए, प्यार नाल कहंदे ने अज ना धन गुरु अर्जन देव आए सन, तुहाडे बारे पुछदे सन। बस जी खिड़ गया। कहंदे की पुछदे सन? कहंदा गुस्सा तो नहीं करेंगे, पुछदे सन लंगर कित्थों छकना है, कित्थों छकदा है? मैं कहा जी पंगत चो ते गल कह गए सन, साडा सुनेहा देई, तू मजदूरी करनी आया, तू सिक्खी कमान आया है। जिन्हें लकड़ा लिया उन्होंने छक लिया। प्यारे उदन थाली धो के बहुत रोए, 3जी बारी रोए। उस लांगरी ने कहा, कहंदा भाई सजना मैं दसना नहीं सा चाहता, मैं सिख हाँ, तू रोया क्यों में? कहंदा ये शुकराने दे अथरू ने, सतगुरु जिथे मैं डिगन लगना तू आप पहुँच के मैनू बचा देना है। जे सारी जिंदगी इस तरह लंघ जाती फिर की हुंदा? कहंदा कोई नहीं। दूजे दिन काम दूना करता। एक लकड़ां दी, उदों लकड़ां विकदियां सन जी, शहरां च लोकी एक वेचनी, एक लंगर च लियाउणी। प्यारिओ समा लंघिया। अज मैं तां तुहानूं कहन लगा, कबीर कसौटी राम की झूठा टिकै ना कोई।
राम कसौटी सोस है जो मर जीवा हो, जरा मर ही गया। अज लकड़ा लिआउंदियां डिग पै खूह च। जदों किते पंजाब जाओगे, श्री अमृतसर साहिब तो तरन ताਰਨ जाओ, रस्ते च भाई साहिब का खूह है, गुरुद्वारा है। अज डिगे, शाम चली गई, सारी रात खूह च निकली, सिर ते लकड़ां दी पंड, लकड़ां नहीं डिगण दित्तियां। अमृत वेले एक हाथ पंड नूं, दूजे हाथ मूँह ते छट्टे मारे। अज फिर भाई मंझ चौथी वारी बहुत रोया, कहंदा सच्चे पातशाह इस वेले मैं तुहाडे दरबार की हाज़री भरदा सां, तुहाडे गुरसिखां नूं नीर गर्म करके इशनान करांदा सां, अज मेरी सेवा रह गई। प्यारिओ, अमृत वेले दे दीवान च गुरु अर्जुन देव आप आए, पैरां च चरनां च जोड़ा नहीं पाया, घोड़ा नहीं कोई, असवारी नहीं, हाथ च रस्सा पकड़ के उत्तों आवाज़ दित्ती, भाई मंझ लकड़ां नूं सट दे, रस्सा पकड़। ते लकड़ां चक्कियां भार सी उत्ते। हुण आपां कहांगे जी सारी रात कढ गए, चेते रखिओ साडे वर्गे नहीं सन। उन्हां कहा जी, आवाज़ सुनी, कहंदे नहीं जी पहलां लकड़ां कढो। क्यों जी? कहंदे लकड़ां दी तां पांडे जिन्ने मैनूं गुरु दी संगत नाल जोड़िया होया, ये तां विचोली है जिहड़ी लैके बैठी। लकड़ां कढियां, फिर जदों रस्सा पकड़ के गुरु अर्जुन देव जी ने बाहर लिआंदा, बस समझो अज पंजवीं वारी भाई मंझ रोए, महाराज दे चरनां च डिग पए। सतगुरां ने चरनां तो चुक के कहा, तेरी थां अज मेरे सीने विच है, मेरे अंदर है। नाल शब्द क्या, जो मंगेगा। भाई साहब रो रहे सन, पर यह रोना पछतावे का नहीं। जो मंगेगा, जो मंगेगा वो देंगे। तो भाई साहब गले ना लगे, महाराज दे मोढियां कल मूँह मुख सी, हजूर दे कन सन, ते रोंदियां क्या, सतगुरु तुठे हो, मंगण वाली बिरती सदा लई मिटा दिओ, मैनूं कुछ नहीं चाहिए, बस ये फुरना मिटा दिओ, मनशा ही मिटा दिओ। कहते उस दिन गुरु अर्जुन देव बहुत बैराग विच आए। भाई साहब नूं सीन याद रखियो, मैं पिछले दिन कहा, भारत मुक्तसर दी धरती ते दो अथरू डिगे, एक पछतावे दे डिगे, दूजे प्यार दे डिगे। भाई मान सिंह दे पछतावे दे अथरू सन, गुरु गोबिंद सिंह दे प्यार दे अथरू सन। चेते रखे, जो पछतावे ते प्यार दे अथरू मिल जान ते सारियां दूरियां मुक जांदियां। भाई साहब जी ने कहा, महाराज मैनूं कुछ नहीं चाहिए। हजूर ने कहा, तुसी अजाची हो गए हो। अजाची मतलब तुसीं नहीं मंगदे, जो मंगोगे। गलवकड़ी तो सामने किया, कहने सतगुरु एक बेनती करा, ये जो कुछ वापरिया ये तुहाडी किरपा नाल लिव गया है, अजे मेरे सवास ने, बस ये बख्शिश करियो। पर ना सिखां दा एडी वड्डी परख्या ना लिया जे, क्योंकि बंदे दे डोलदियां देरी नहीं लगती। महाराज जी ने कहा, तुसीं इन्नी कमाई करके भी परिवार लिए कुछ नहीं मंगया, सिखां लई मंगया। उत्थे लिखिਆ है, ਜਿਹੜਾ ਭਾਈ ਮੰਝ ਦੀ ਸਾਖੀ ਕਰੇਗਾ, ਜਿਹੜਾ ਭਾਈ ਮੰਝ ਦੀ ਸਾਖੀ ਪੜੇਗਾ, ਜਿਹੜਾ ਭਾਈ ਮੰਝ ਦੀ ਸਾਖੀ ਸੁਣੇਗਾ, ਉਹ ਭਵ ਸਾਗਰ ਤੋਂ ਪਾਰ ਹੋਵੇਗਾ। महाराज जी ने कहा, मंझ प्यारा गुरु नूं, गुरु मंझ प्यारा, मंझ गुरु का बोए था, जग लंघनहारा। बाकी इसे दी विचार आपां कल नूं अगे करांगे लड़ी जोड़ के, क्योंकि अज मैं कई दिनों का 1.5-2 महीने हो गए लगातार बोली जा रहे हैं। तो सानूं पता ही, हुण घोड़ी पुरानी हो गई है, हाँ जी, बोल बोल के हंब गया वां, शरीर तंग करन लग पिया, पर फिर भी संगत की एनर्जी बख्श दिया जे। आप जी आओ जी, जिथे इन्ना टिका बनाया ना तुसीं। भाई जसदेव सिंह कह रहे सन, संगत का टिका। भाई जसप्रीत सिंह सच है, वाहिगुरू किरपा करे, थोड़ा जा नाम जप लीए, मेरी बेनती है जी। बाकी तो कथा ठीक है, ये मन के सिद्धांत समझ नहीं है, अंदर बैराग च आ जाता है। वत्तर आई धरती नूं छड्ड के जाईदा नहीं। सियाणा जिमीदार किरसान वत्तर समझने नहीं, इतों न्याणिਆਂ नहीं पता लगना वत्तर का, हाँ जी। तो गुरबाणी समझ ली, चाहे रोवो चाहे कल्पो, अखीर ते गुरमुखी तो बिना नहीं समझ पैनी गुरु ग्रंथ साहिब की। आओ इस वक्त मन टिके ने, थोड़ा जिहा समा नेत्र बंद करके ना
बस इयों समझो कि असी गुरु अर्जुन देव के चरणों 'च बैठे हाँ तो महाराज सच सिरजनहारा जिन्हां बारे भट्ट साहब कहते तत् विचार याह मथुरा जग तारन को अवतार बनायो जपियो जिन अर्जुन देव गुरु फिर संकट जोन गर्भ न आयो। समा मैं अज सच्ची लो ज़्यादा लाता है, तकरीबन आपां नूं पौने 1 घंटा 35 मिनट हो चले आ। थोड़ा जिहा नाम जो पहला दास बोलेगा, फिर खालसा जी तुसीं, तीजे हिस्से विच बीबियां भैणां सारे जी। सतनाम वाहे गुरु सतनाम वाहे गुरु, सारे सिंगो उच्ची आवाज च। सारियां बीबा भैणां बोलो जी। सतनाम वाहे गुरु सतनाम वाहे गुरु, 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 सतनाम 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 जी वाहे गुरु वाहे गुरु जी। सतनाम 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 जी 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 वाहे
सतनाम 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 जी, वाहे गुरु वाहे गुरु जी। सतनाम 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 जी, वाहे गुरु जी। सतनाम 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 जी, वाहे गुरु जी। सतनाम 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 जी, वाहे गुरु जी। वाहे गुरु 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 जी, वाहे गुरु